ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਪੰਜਾਬ ਦੀ ਹਾਕਮ ਧਿਰ ਕਾਂਗਰਸ ਪਾਰਟੀ ਦੀ ਸਥਿਤੀ ਬਹੁਤ ਹੀ ਦਿਲਚਸਪ ਬਣੀ ਹੋਈ ਹੈ। ਪਿਛਲੇ ਸਮਿਆਂ ਵਿੱਚ ਬੱਚੇ ਸੌਣ ਤੋਂ ਪਹਿਲਾਂ ਆਪਣੀਆਂ ਦਾਦੀਆਂ ਤੇ ਆਪਣੀਆਂ ਨਾਨੀਆਂ ਨੂੰ ਕਹਾਣੀ ਦੀ ਜਿਹੜੀ ਫਰਮਾਇਸ਼ ਕਰਦੀਆਂ ਸਨ, ਤਾਂ ਕਹਾਣੀ ਦੀ ਸ਼ੁਰੂਆਤ ਅਕਸਰ ਹੀ ਇੱਕ ਫਿਕਰੇ ਦੇ ਨਾਲ ਹੁੰਦੀ ਸੀ, ਇੱਕ ਸੀ ਰਾਜਾ। पर मैं जिस कहानी की गल कर रहा वो काल्पनिक नहीं, सचमुच की गल है कि पंजाब के एक हैं महाराजा। उस महाराजा ने अपने मंत्रियों को खुद एक कहानी सुनाई कि तुसी मेरी किस्म की खट्टिया खांदे हो। दो मंत्रियों ने ये सहमति ना प्रगट की तो कह लगे कि नहीं असीं अपनी किस्म की खट्टिया खांदे हैं। महाराजा ने कहा कि तुहाडी दलील ठीक नहीं है। मंत्रियों ने इसके जवाब में कहा कि महाराज जेकर तुसी ठीक हो तो भरे दरबार च आओ तो अपनी आके सच की कहानी सुनाओ, ताकि सारे दरबारियों को पता लग जाएगा कि कौन किस दी किस्म दिखा रहा है। बिल्कुल इस कहानी के दुआले पंजाब च राजनीतिक तौर पर वरत रहा वरतारा, उस मुद्दे पर आपां करांगे चर्चा। मेरे नाल पैनल ते खास जिहड़े कद्दावर मेहमान इस वेले जुड़ चुके हैं, गुरप्रीत सिंह संधू कांग्रेस पार्टी के बुलारे, रजिंदर दीपा जी श्रोमणी अकाली दल के बुलारे, नील गर्ग आम आदमी पार्टी के बुलारे, तिन्ने ही मेहमानों मैं पैनल पर आने लई तुहाडे सारिਆਂ ਵੱਲੋਂ जी आखदा, वैलकम करदा। संधू साहब, पहला सवाल मैं तुहाडे तो लैण लग्या। पंजाब के दो कैबिनेट मंत्री मनप्रीत सिंह बादल, चरणजीत सिंह चन्नी, एक दिन पहला जी उन्होंने मुख्य मंत्री कैप्टन अमरिंदर के नाल मुलाकात हुई है। उस मीटिंग के जो मामला उठा करण अवतार जानी मुख सकत्तर का, दोहां मंत्रियों ने गल कही कि मुख्यमंत्री साहब इस मुद्दे लिए पूरी कैबिनेट के विच मामला विचारिया जाए, अकले कले नाल इन्हां मुद्दों से राय ना लई जाए। बहुत वड्डा मामला है। पंजाब के दो कैबिनेट मंत्री ने अपने मुख्यमंत्री ने कहा कि कले कले नूं बुला के सहमति ना लो, आओ कैबिनेट च आओ। महाराजा साहब संधू साहब किवें देखदे हो? ਇਹਨੂੰ ਇੱਕੋ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਹੈ ਕਿ ਪਹਿਲੀ ਵਾਰੀ ਕਿਸੇ ਬਿਊਰੋਕਰੈਟਿਕ ਸੈਟਅਪ ਨੇ ਚੈਲੰਜ ਕੀਤਾ ਇਲੈਕਟਡ ਰਿਪਰੈਜ਼ੈਂਟੇਟਿਵ ਦੀ ਅਥਾਰਟੀ ਨੂੰ ਜੀ, ਤੇ ਉਹਦੇ ਵਿੱਚ ਇਹ ਮਤਲਬ ਇੰਨਾ ਸਮਾਂ ਲੰਘਣਾ ਤੇ ਐਕਸ਼ਨ ਉਸ ਢੰਗ ਨਾਲ ਨਾ ਹੋਣਾ, ਇਹ ਚੀਜ਼ ਜਿਹੜੀ ਹੈ ਕੋਈ ਬਹੁਤਾ ਚੰਗਾ ਮੈਸੇਜ ਕਨਵੇ ਨਹੀਂ ਕਰਦੀ ਇਲੈਕਟੋਰੇਟ ਨੂੰ ਤੇ ਇਲੈਕਟਡ ਰਿਪਰੈਜ਼ੈਂਟੇਟਿਵਸ ਨੂੰ। ਕਿਉਂਕਿ ਬੜੀ ਸਿੰਪਲ ਜੀ ਗੱਲ ਹੈ ਬਈ ਜੇ ਮੰਤਰੀ ਨਾਰਾਜ਼ ਹੈ ਤੇ ਮੰਤਰੀ ਬਿਨਾਂ ਵਜ੍ਹਾ ਤੋਂ ਨਾਰਾਜ਼ ਨਹੀਂ ਹੈ। ਮੰਤਰੀ ਜਿਹੜੇ ਹੈ ਦੇ ਫੈਲਟ ਇਨਸਲਟਡ ਕਿ ਸਾਡੀ ਮੀਟਿੰਗ, ਇੱਕ ਤਾਂ ਚੀਫ ਸੈਕਟਰੀ ਬੈਠਾ ਉਸ ਢੰਗ ਨਾਲ ਕਿ ਮੈਂ ਮੁੱਖ ਮੰਤਰੀ ਦਾ ਰਿਪਰੈਜ਼ੈਂਟੇਟਿਵ ਹਾਂ, ਮੈਂ ਲੈ ਰਿਹਾ ਮੀਟਿੰਗ, ਵਿਚ ਵਾਜ਼ ਨਾਟ ਦੀ ਕੇਸ। ਦੂਸਰਾ, ਉਹਨਾਂ ਦਾ ਉੱਠ ਕੇ ਚਲੇ ਜਾਣਾ ਔਰ ਉਸ ਚਲੇ ਜਾਣ ਤੋਂ ਬਾਅਦ ਫਿਰ ਉਹ ਐਕਸਾਈਜ਼ ਪਾਲਿਸੀ ਦੇ ਉੱਤੇ ਮੀਟਿੰਗ ਕਰਨੀ, ਔਰ ਮੀਟਿੰਗ ਦੇ ਵਿੱਚ ਜਾਂ ਹੈਲਥ ਡਿਪਾਰਟਮੈਂਟ ਦੀ ਮੀਟਿੰਗ ਸੀ ਜੋ ਵੀ ਹੋਈ ਸੀ, ਜਿਹਦੇ 'ਚ 2 ਜਾਂ 3 ਮੰਤਰੀ ਜਿਹੜੇ ਹੈ ਉਹ ਆਪਣੇ ਫੇਸ ਟਾਈਮ ਦੇ ਜ਼ਰੀਏ ਜਾਂ ਮੀਡੀਆ ਦੇ ਜ਼ਰੀਏ ਚੀਫ ਸੈਕਟਰੀ ਨੂੰ ਵਿੱਚ ਬਿਠਾ ਕੇ ਤੇ ਉਹਨਾਂ ਦੀ ਵੀਡੀਓ ਕਾਨਫਰੰਸਿੰਗ ਕਰਾ ਕੇ ਇੱਕ ਤਰ੍ਹਾਂ ਦੀ ਮੀਟਿੰਗ, ਤੁਹਾਡੀ ਨਾਰਾਜ਼ਗੀ ਜ਼ਰੂਰਤ ਤੋਂ ਜ਼ਿਆਦਾ ਹੈਗੀ ਆ, ਨਾਲ ਗੱਲਬਾਤ ਕਰ ਰਹੇ ਆ। ਚੀਫ ਸੈਕਟਰੀ ਕੋਲ ਸਾਰੇ ਮਹਿਕਮੇ ਹੁੰਦੇ ਆ ਔਰ ਪਹਿਲੀ ਵਾਰੀ ਹੈ ਕਿ ਚੀਫ ਸੈਕਟਰੀ ਕੋਲੋਂ ਐਕਸਾਈਜ਼ ਦਾ ਮਹਿਕਮਾ ਜਿਹੜਾ ਸਪੈਸੀਫਿਕਲੀ ਖੋਲ੍ਹਿਆ ਗਿਆ। ਲੇਕਿਨ ਉਹ ਮੈਸੇਜ ਕੀ ਗਿਆ ਤੇ ਫੈਸਲਾ ਕੌਣ ਘੜੀ ਹੈਗੀ ਹੈ ਕਿ ਬਿਊਰੋਕ੍ਰੇਸੀ ਜਿਹੜੀ ਹੈ ਉਹ ਮੈਂ ਅੱਗੇ ਵੀ ਪਿਛਲੀ ਡਿਬੇਟ 'ਚ ਕਿਹਾ ਸੀਗਾ, ਪਾਲਿਸੀ ਆਰਮ ਦੈਟ ਇਜ਼ ਅਬਵ ਦੀ ਇੰਪਲੀਮੈਂਟੇਸ਼ਨ ਆਰਮ। ਐਗਜ਼ੈਕਟਿਵ ਜਿਹੜੀ ਹੈ ਜਿਹਦਾ ਕਿ ਮੁੱਖ ਸਕੱਤਰ ਮੁਖੀਆ ਹੈ, ਉਹਨਾਂ ਨੇ ਬਣਾਈਆਂ ਗਈਆਂ ਪੋਲਿਟਿਕ ਰਿਪਰੈਜ਼ੈਂਟੇਟਿਵਸ ਦੇ ਕੈਬਨਿਟ ਵਿਧਾਨ ਸਭਾ 'ਚ ਪਾਸ ਕੀਤੇ ਗਏ ਮਤਿਆਂ ਦੇ ਉੱਤੇ ਇੰਪਲੀਮੈਂਟੇਸ਼ਨ ਕਰਨੀ ਹੁੰਦੀ ਹੈ। ਦੈਟ ਇਜ਼ ਆਲ।
unless they are specifically asked for advice, they are not supposed to give advice. ਵੀ ਉਹਨਾਂ ਕੋਲੇ ਜਾਂਦਾ ਹੈਗਾ, ਉਹਨਾਂ ਨੇ ਇੰਪਲੀਮੈਂਟ ਕਰਨਾ ਹੁੰਦਾ, ਬਿਕੋਜ਼ ਉਹ ਸਿੱਟਾ ਭੁਗਤਣਾ ਹੁੰਦਾ ਇਲੈਕਟਡ ਰਿਪਰੈਜ਼ੈਂਟੇਟਿਵ ਨੇ 5 ਸਾਲ ਬਾਅਦ ਲੋਕਾਂ ਕੋਲ ਜਾ ਕੇ। ਲੋਕਾਂ ਨੇ ਫੈਸਲਾ ਦੇਣਾ ਵੀ ਤੁਸੀਂ ਭਾਈ ਆ ਜਿਹੜੇ ਫੈਸਲੇ। ਬਿਲਕੁਲ ਤੁਸੀਂ ਸੰਧੂ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਇਸੇ ਨਾਲ ਹੀ ਸਵਾਲ ਜੁੜਿਆ ਵਾ ਲੈਣ ਲੱਗਿਆ ਹਾਂ ਕਿ ਜਿਹੜੇ ਇਲੈਕਟਡ ਚੁਣੇ ਹੋਏ ਨੁਮਾਇੰਦੇ ਹੁੰਦੇ ਆ ਉਹਨਾਂ ਦੀ ਜਵਾਬਦੇਹੀ ਹੁੰਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕਿਹੜਾ ਇਹ ਧਰਮ ਸੰਕਟ ਹੈ ਕਿ ਇੰਨੇ ਦਿਨ ਨਿਕਲ ਗਏ ਹੈ, ਉਹ ਲਗਾਤਾਰ, ਜੇ ਮੈਂ ਸਧਾਰਨ ਪੰਜਾਬੀ ਭਾਸ਼ਾ 'ਚ ਕਹਾਂ, ਕਿ ਆਪਣੇ ਮੰਤਰੀਆਂ ਨੂੰ ਹੀ ਕਦੇ ਖਾਣਾ ਖਵਾ ਕੇ, ਕਦੇ ਦੁਪਹਿਰ ਦਾ ਅਤੇ ਕਦੇ ਰਾਤ ਦਾ ਡੰਡ ਬੈਠਕਾਂ ਲਵਾਈ ਜਾਂਦੇ ਹੈ, ਸਹਿਮਤੀ ਬਾਰੇ ਪੁੱਛੀ ਜਾਂਦੀ ਹੈ। ਐਡਾ ਵੱਡਾ ਕੀ ਧਰਮ ਸੰਕਟ ਹੈ ਜਦੋਂ ਕਿ ਪੰਜਾਬ ਜਾਂ ਕੌਮੀ ਪੱਧਰ 'ਤੇ ਸਾਰੇ ਲੋਕ ਜਿਹੜੇ ਹੈਗੇ ਆ, ਸਰਕਾਰਾਂ ਕੋਰੋਨਾ ਮਹਾਮਾਰੀ ਦੇ ਮੁੱਦੇ ਨਾਲ ਲੜ ਰਹੀਆਂ, ਆਰਥਿਕਤਾ ਦੇ ਤੌਰ 'ਤੇ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਰੁਜ਼ਗਾਰ ਦੀ, ਦੂਜੇ ਵੱਡੇ ਵੱਡੇ ਮਸਲੇ ਹੈ। ਆਪਣੇ ਕੋਲ ਇਹੀ ਮਸਲਾ ਰਹਿ ਗਿਆ ਅੱਗੇ ਵੀ ਮੁੱਖ ਸਕੱਤਰ ਇਹ ਲਾਉਣਾ ਹੈ ਕਿ ਕੋਈ ਹੋਰ ਲਾਉਣਾ ਹੈ। ਪੂਰੀ ਸਟੇਟ ਦੇ ਸਾਹਮਣੇ ਵਿਚਾਰਾਂ ਇਹ ਹੋ ਰਹੀਆਂ। ਲੱਗਦਾ ਕਿ ਇਹਦੇ ਨਾਲ ਜਿਹੜਾ ਕੋਈ ਧਰਮ ਸੰਕਟ ਲੱਗਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ, ਜਿਹੜਾ ਇੰਨੀਆਂ ਵਿਚਾਰਾਂ ਕਰਨੀਆਂ ਪੈ ਰਹੀਆਂ। ਜੀ ਸੰਧੂ ਸਾਹਿਬ, ਜਿਹੜਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਿੱਜੀ ਤੌਰ ਤੇ ਜਾਣਦਾ ਹੈ ਵੀ ਉਹਨਾਂ ਦੀ ਸ਼ਖਸੀਅਤ ਐਜ਼ ਏ ਹਿਊਮਨ ਬੀਇੰਗ ਕਹਿੰਦੇ ਆਦਮੀ ਨੇ, ਉਹ ਕੋਸ਼ਿਸ਼ ਕਰ ਰਹੇ ਆ ਕਿ ਬਿਊਰੋਕ੍ਰੇਸੀ ਵੀ ਨਾਰਾਜ਼ ਨਾ ਹੋਵੇ ਤੇ ਮੰਤਰੀ ਵੀ ਜਿਹੜੇ ਆ ਉਹ ਉਹਨਾਂ ਵੀ ਉਸ ਹਿਸਾਬ ਨਾਲ, ਤਾਂ ਕਿ ਤਾਲਮੇਲ ਕਰਕੇ ਇਸ ਔਖੀ ਘੜੀ ਦੇ ਵਿੱਚ ਜਿਹੜਾ ਇਹ ਜਾਵੇ। ਉਹ ਗੱਲ ਇਹ ਆ ਵੀ ਜੈਂਟਲਮੈਨਲੀਨੈਸ ਤੇ ਸੋ ਕਾਲਡ ਇੰਡੀਵਿਜੂਅਲ ਡੀਸੈਂਸੀ ਇੱਥੇ ਚੱਲਣੀ ਨਹੀਂ। ਉਹਦੀ ਵਜ੍ਹਾ ਇਹ ਹੈ ਕਿ ਇਹ ਤੁਹਾਨੂੰ ਦੱਸਿਆ ਵੀ ਫੈਸਲਾ ਕੁੰਨ ਘੜੀ ਹੈ। ਪ੍ਰਗਟ ਸਿੰਘ ਹੋਰਾਂ ਨੇ ਪਿਛਲੀ ਵਾਰੀ, ਤੁਹਾਨੂੰ ਯਾਦ, ਆਪਾਂ ਡਿਸਕਸ ਕੀਤਾ ਸੀ, ਇੱਕ ਚਿੱਠੀ ਲਿਖੀ ਹੈ ਵੀ ਮਸਲਾ ਇਕੱਲੇ ਕੋਵਿਡ ਦਾ ਨਹੀਂ, ਕੋਵਿਡ ਤਾਂ ਆਇਆ ਹੈਗਾ ਮਾਰਚ ਇਸ ਸਾਲ, ਆਪਣੀ ਸਰਕਾਰ ਬਣੀ ਨੂੰ ਹੋ ਗਏ 3.5 ਸਾਲ, ਤੇ ਕੀਤੇ ਵਾਅਦੇ ਲੋਕਾਂ ਦੇ ਨਾਲ ਜਿਹੜੇ ਕੀਤੇ ਆ, ਉਹਨਾਂ ਵਾਅਦਿਆਂ ਦੇ ਬਾਰੇ ਅਸੀਂ ਖੜੇ ਜਿਹੜੇ ਆ, ਜਿੰਨੇ ਕਿ ਪੂਰਤੀ ਹੋਈ ਆ ਉਹ ਲੋਕ ਸੈਟਿਸਫਾਈਡ ਨਹੀਂ ਹੈ। ਤੇ ਸਾਰੇ ਐਮਐਲਏ ਦੀ ਮੀਟਿੰਗ ਕਰਕੇ ਆਪਾਂ ਪਹਿਲਾਂ ਫੈਸਲਾ ਕਰੀਏ ਵੀ ਆਪਾਂ ਕੀਤੇ ਵਾਅਦਿਆਂ ਦੇ ਕੀ ਕਰਨਾ ਹੈ। ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਸਾਈਡਲਾਈਨ ਹੋਈ ਜਾਂਦੀਆਂ ਕਿ ਇਹ ਇੱਕ ਨਿੱਕਾ ਜਿਹਾ ਮਸਲਾ ਜਿਹਦੇ 'ਚ ਚੀਫ ਸੈਕਟਰੀ, ਪਹਿਲੀ ਗੱਲ ਤਾਂ ਚੀਫ ਸੈਕਟਰੀ ਨੂੰ ਅਨਕੰਡੀਸ਼ਨਲ ਅਪੋਲੋਜੀ ਕਰਨੀ ਚਾਹੀਦੀ ਸੀ, ਉਹਨੇ ਨਹੀਂ ਕੀਤੀ। ਸਿਰਫ ਇੰਨੀ ਗੱਲ ਦੇ ਉੱਤੇ ਹੀ ਉਹਦੀ ਤਬਾਦਲਾ ਉਸ ਸੀਟ ਤੋਂ ਲਾਉਣਾ ਉਹ ਬਣਦਾ ਸੀ। ਅੰਡਰ ਇਹ ਫ੍ਰੀ ਐਂਡ ਫੇਅਰ ਐਂਡ ਅਨਬਾਇਸਡ ਜੇ ਆਪਾਂ ਚੱਲੀਏ, ਉਹਦੀ ਰਿਸਪੈਕਟ ਵੀ ਬਹਾਲ ਹੁੰਦੀ ਜੇ ਉਹ ਮਾਫੀ ਮੰਗ ਲੈਂਦਾ। ਮਾਫੀ ਮੰਗਣ 'ਚ ਕੋਈ ਹਰਜ ਨਹੀਂ ਹੁੰਦਾਗਾ, ਮਾਫੀ ਮੰਗਣ ਦਾ ਬੰਦਾ ਵੱਧਦਾ ਹੀ ਹੈ। ਤੇ ਮਸਲਾ ਵੀ ਹੁਣ ਮੇਰੀ ਸਮਝ ਤੋਂ ਬਾਹਰ ਹੈ। ਸੀਐਮ ਸਾਹਿਬ ਦੇ ਮਨ 'ਚ ਕੀ ਚੱਲ ਰਿਹਾ, ਕੀ ਚਾਹੁੰਦੇ ਆ, ਕਿਉਂ ਮੰਤਰੀਆਂ ਨੂੰ ਬੁਲਾ ਕੇ ਲੰਚ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਨੀਸ਼ ਤਿਵਾੜੀ ਜੀ ਵੀ ਸੀਗੇ ਉੱਥੇ। ਤੇ ਉਹ ਇਹ ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਕੀ ਚਾਹੁੰਦੇ ਹੋ? ਤੁਹਾਡੇ ਇਲੈਕਟਡ ਰਿਪਰੈਜ਼ੈਂਟੇਟਿਵ ਜਾ ਕੇ ਐਗਜ਼ੈਕਟਿਵ ਦੀਆਂ ਤਰਲੇ ਕੱਢਿਆ ਕਰਨ ਵੀ ਭਾਈ ਆ ਮੇਰਾ ਕੰਮ ਹੈ ਤਾਂ ਇਹ ਕੰਮ ਕਰਾ ਦੇ, ਤੂੰ ਦਸਤਖਤ ਕਰ, ਕਿਉਂਕਿ ਸੈਕਟਰੀ ਦੇ ਦਸਤਖਤ ਹੋਣੇ ਆ, ਤੂੰ ਦਸਤਖਤ ਕਰਕੇ ਤਾਂ ਇੰਪਲੀਮੈਂਟ ਹੋਊਗਾ। ਤੋ ਇਹ ਮੇਰੀ ਸਮਝ ਤੋਂ ਬਾਹਰ ਹੈ ਜੀ ਤੁਹਾਡੇ ਵੱਲ। ਜ਼ਰੂਰ। ਓਕੇ ਸਰ, ਬਹੁਤ ਬਹੁਤ ਦਲੇਰਾਨਾ ਕਮੈਂਟਸ ਆ ਤੁਹਾਡੇ। ਬੇਸ਼ੱਕ ਤੁਸੀਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋ, ਪਰ ਇਹ ਚੰਗੀ ਗੱਲ ਹੈ ਕਿ ਸੱਚਾਈ ਜਿਹੜੀ ਦਰਸ਼ਕਾਂ ਦੇ ਸਾਹਮਣੇ ਤੁਸੀਂ ਪੇਸ਼ ਕਰ ਰਹੇ ਹੋ। ਥੈਂਕ ਯੂ ਵੈਰੀ ਮਚ ਸੰਧੂ ਸਾਹਿਬ, ਥੈਂਕ ਯੂ ਵੈਰੀ ਮਚ। ਦੀਪਾ ਜੀ, ਇਸੇ ਮੁੱਦੇ ਉੱਤੇ ਤੁਸੀਂ ਡਾਕਟਰ ਸੰਧੂ ਨੂੰ ਵੀ ਸੁਣਿਆ, ਮੇਰਾ ਸਵਾਲ ਵੀ ਸੁਣਿਆ। ਦੀਪਾ ਜੀ, ਤੁਸੀਂ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ? ਹੁਣ ਜਿਹੜਾ ਲੇਟੈਸਟ ਜਿਹੜੇ ਗਏ 2 ਮੰਤਰੀਆਂ ਨੂੰ ਬੁਲਾਇਆ ਗਿਆ ਲੰਚ ਦੇ ਉੱਤੇ ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹਨਾਂ ਦੋਨਾਂ ਮੰਤਰੀਆਂ ਨੇ ਕਹਿਤਾ ਕਿ ਜੀ ਕੈਬਨਿਟ ਮੀਟਿੰਗ ਬੁਲਾਓ, ਸਾਡੇ ਦੋਨਾਂ ਦਾ ਮਾਮਲਾ ਨਹੀਂ ਹੈ ਇਹ। ਜਗਤਾਰ ਜੀ, ਵੈਸੇ ਡਾਕਟਰ ਗੁਰਪ੍ਰੀਤ ਸਿੰਘ ਸੰਧੂ ਜੀ ਕਿਉਂਕਿ ਬੁਲਾ ਰਹੇ ਆ ਕਾਂਗਰਸ ਪਾਰਟੀ ਤੇ, ਜਿੰਨਾ ਖੁੱਲ ਕੇ, ਜਿੰਨਾ ਇਮਾਨਦਾਰੀ ਨਾਲ ਇਹ ਹਾਲਾਤਾਂ ਤੇ ਦੱਸਦੇ ਆ, ਉਹਨਾਂ ਨੇ ਆਪਦੀ ਗੱਲ ਦੱਸੀ ਹੈ ਕਿ ਸਭ ਕੁਝ ਠੀਕ ਨਹੀਂ ਹੈ ਪਾਰਟੀ ਦੇ ਵਿੱਚ, ਸਭ ਕੁਝ ਨਹੀਂ ਹੈ, ਵਰਕਰਾਂ ਤੋਂ ਲੈ ਕੇ ਉੱਤੋਂ ਹੈ। ਠੀਕ ਹੈ, ਇਹ ਕਹਿ ਨਹੀਂ ਸਕਦੇ, ਪਰ ਅਸੀਂ ਕਹਿ ਸਕਦੇ ਹਾਂ ਕਿ ਇਹ ਕਨਸਟੀਟਿਊਸ਼ਨਲ ਕ੍ਰਾਈਸਿਸ ਬਣੀ ਹੈ ਸਰਕਾਰ ਤੁਰੀ ਜਾਂਦੀ ਹੈ। ਜਦੋਂ ਇੱਕ ਚੀਫ ਸੈਕਟਰੀ ਤੇ ਕੈਬਨਿਟ ਭਰੋਸਾ ਨਾ ਹੋਵੇ ਔਰ ਚੀਫ ਸੈਕਟਰੀ ਨੂੰ ਆਪਦੇ ਕੈਬਨਿਟ ਤੇ ਭਰੋਸਾ ਨਾ ਹੋਵੇ, ਕੈਬਨਿਟ ਨਾ ਹੋਵੇ, ਭੁਪਿੰਦਰ ਸਿੰਘ ਨੂੰ ਆਪਦੇ ਮੰਤਰੀਆਂ ਨਾਲੋਂ ਵੱਧ ਭਰੋਸਾ ਆਪਦੇ ਚੀਫ ਸੈਕਟਰੀ ਤੇ ਹੋਵੇ, ਉਸੇ ਚੀਫ ਸੈਕਟਰੀ ਤੇ ਜਿੰਦੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਭਰੋਸਾ ਕਰਦੇ ਆ ਤੇ ਟਵੀਟ ਕਰਕੇ ਉਂਗਲ ਉਠਾਉਂਦੇ ਆ,
ਉਹਨਾਂ ਦੇ ਦੋਸ਼ ਲਾਉਂਦੇ ਆ ਕਿ ਉਹਨਾਂ ਦਾ ਕਨਫਲਿਕਟ ਆਫ ਇੰਟਰਸਟ ਹੈ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਵੱਡੀਆਂ ਵੱਡੀਆਂ ਜਿਹੜੀਆਂ ਤੁਹਾਡੀਆਂ ਡਿਸਟਿਲਰੀਜ਼ ਹੈ ਉਹਨਾਂ ਦੇ ਵਿੱਚ ਹਿੱਸਾਪੱਤੀ ਹੈ। ਤੇ ਉਸ ਚੀਜ਼ ਦਾ ਜਵਾਬ ਨਹੀਂ ਆ ਰਿਹਾ। ਠੀਕ ਹੈ, ਸ਼ਾਹੀ ਭੋਜ ਕਰ ਸਕਦੇ ਆ, ਆਪਣੇ ਐਮਐਲਏ ਨੂੰ ਮੰਤਰੀ ਨੂੰ ਬੁਲਾ ਸਕਦੇ ਆ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਪਰ ਇਹ ਇਸ਼ੂ ਪਾਰਟੀ ਦਾ ਹੋਵੇ ਤੁਸੀਂ ਜਿਵੇਂ ਮਰਜ਼ੀ ਕਰੋ, ਪਰ ਇਹ ਪਾਰਟੀ ਦੇ ਡੋਮੇਨ ਤੋਂ ਵੱਧ ਲੋਕਾਂ ਸਾਡੀ ਇਹ ਆਮ ਲੋਕਾਂ ਦੇ ਡੋਮੇਨ ਦੇ ਵਿੱਚ ਹੈ। ਸਰਕਾਰੀ ਜਿਹੜੀ 500 ਕਰੋੜ ਦੀ ਚਪਟੀ ਲੱਗੀ ਹੈ ਪਿਛਲੇ 3 ਸਾਲਾਂ ਦੇ, ਜੋ ਖਜ਼ਾਨੇ ਦੇ ਵਿੱਚ ਪੈਸਾ ਆਉਣਾ ਚਾਹੀਦਾ ਸੀ ਉਹ ਰਾਜਨੀਤਿਕ ਲੋਕਾਂ ਅਫਸਰਾਂ ਦੀ ਲੋਕਾਂ ਦੀ ਜੇਬਾਂ 'ਚ ਗਿਆ। ਇਹ ਮੰਤਰੀ ਕਿ ਅਸੀਂ ਵੀ ਕਹਿੰਦੇ ਗੱਲ ਤਾਂ ਉਹਦੀ ਇਨਕੁਆਇਰੀ ਕਰਾ ਕੇ ਪੈਸਾ ਕਿੱਥੇ ਗਿਆ, ਅੱਗਾ ਲੀਕੇਜ ਇਹੋ ਜਿਹੀ ਨਾ ਹੋਵੇ, ਕਿਵੇਂ ਉਹ ਇਹ ਖਜ਼ਾਨੇ 'ਚ ਆਵੇ, ਔਰ ਜੇ ਕਿਧਰੇ ਗਿਆ ਵੀ ਹੈ ਤਾਂ ਕਿਵੇਂ ਵਾਪਸ ਪੈਸਾ ਆ ਸਕਦਾ ਹੈ। ਗੱਲ ਤਾਂ ਉਸ ਤੇ ਕਰਨੀ ਚਾਹੀਦੀ ਹੈ। ਇਹ ਹੁਣ ਲੀਪਾਪੋਤੀ ਕਰ ਰਹੇ ਆ, ਮੂੰਹ ਬੰਦ ਕਰ ਰਹੇ ਆ, ਉਹਦੇ ਤੋਂ ਬੜਾ ਕਲੀਅਰ ਹੈ ਕਿ ਹਮਾਮ ਦੇ ਵਿੱਚ ਸਾਰੇ ਹੀ ਨੰਗੇ ਹੈ। ਇਹ ਐਮਐਲਏ ਅੱਜ ਟਵੀਟ ਕਰਕੇ ਉਂਗਲ ਉਠਾਉਂਦੇ ਔਰ ਅੱਜ ਚੁੱਪ ਕਰ ਜਾਂਦੇ ਆ, ਤਾਂ ਮੈਂ ਸਮਝਦਾ ਲੋਕਤੰਤਰ 'ਚ ਲੋਕਤੰਤਰ 'ਚ ਲੋਕਾਂ ਦੀ ਗੱਲ ਅੱਜ ਤਾਂ ਚੁੱਪ ਕਰ ਜਾਓਗੇ, ਕੁਝ ਨਾ ਕੋਈ ਲੈਣਾ ਦੇਣਾ ਹੋ ਜਾਊਗਾ, ਕੋਈ ਪੈਨਸ਼ਨਾਂ ਮਿਲ ਜਾਣੀਆਂ, ਕੋਈ ਕੰਮ ਧੰਦਾ ਮਿਲ ਜਾਊਗਾ, ਹਾਂਜੀ, ਪਰ ਕੱਲ ਨੂੰ 1.5 ਸਾਲ ਬਾਅਦ ਲੋਕਾਂ ਦੀ ਕਚਹਿਰੀ 'ਚ ਜਾਣਾ, ਅਲਟੀਮੇਟਲੀ ਫੈਸਲਾ ਲੋਕਾਂ ਨੇ ਕਰਨਾ ਹੈ। ਜਾਂ ਤਾਂ ਗੱਲ ਇਲਜ਼ਾਮ ਲਾਓ ਨਾ, ਜਾਂ ਉਹਨੂੰ ਸਿਰੇ ਲਾਓ, ਸਟੈਂਡ ਲਓ, ਪੰਜਾਬੀਆਂ ਜਿਵੇਂ ਸਟੈਂਡ ਲੈਂਦੇ ਉਵੇਂ ਲਓ। ਅੱਜ ਇੱਕ ਗੱਲ ਕਹਿ ਕੇ ਬਾਹ ਮਰੋੜ ਕੇ ਅਫਸਰ ਦੀ ਆਪਣੀ ਕੰਮ ਕਢਾ ਕੇ ਚੁੱਪ ਬਹਿ ਜਾਾਂਗੇ ਤਾਂ ਲੋਕ ਇਸ ਚੀਜ਼ ਨੂੰ ਵੇਖ ਰਹੇ ਆ। ਬਿਲਕੁਲ ਜਵਾਬ ਇਹਨਾਂ ਐਮਐਲਏ ਨੂੰ ਜੀ ਤੁਹਾਡੀ ਗੱਲ ਆ ਗਈ ਹੈ, ਪਿੱਛੇ ਹਟਦੇ ਆ। ਇੱਕ ਸਵਾਲ ਦੀਪਾ ਜੀ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਹਾਂ। ਬਿਲਕੁਲ ਜਿਹੜਾ ਹੈਗਾ ਤੁਸੀਂ ਲੋਕਤੰਤਰ ਦੀ ਗੱਲ ਕਰਦੇ ਹੋ, ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਗੱਲ ਕਰਦੇ ਹੋ, ਪਰ ਅਕਾਲੀ ਦਲ ਜਦੋਂ ਕਹਿੰਦਾ ਕਿ ਸੰਵਿਧਾਨਕ ਸੰਕਟ ਖੜਾ ਹੋ ਗਿਆ ਹੈ, ਇੱਕ ਅਧਿਕਾਰੀ ਨੂੰ ਬਦਲਣਾ ਦੀਪਾ ਜੀ ਸੰਵਿਧਾਨਕ ਸੰਕਟ ਕਿਵੇਂ ਹੋ ਸਕਦਾ ਹੈ? ਉਸ ਪਾਰਟੀ ਦੇ 77-78 ਐਮਐਲਏ ਹੈ, ਸਾਰਿਆਂ ਦਾ ਮੁੱਖ ਮੰਤਰੀ 'ਚ ਭਰੋਸਾ ਹੈ, ਕੋਈ ਬੇਭਰੋਸਗੀ ਦਾ ਮਤਾ ਨਹੀਂ। ਇਹ ਬਿਲਕੁਲ ਠੀਕ ਹੈ, ਵੱਡਾ ਮੁੱਦਾ ਜਿਹੜਾ ਕੈਬਨਿਟ ਦੇ 'ਚ ਵਿਚਾਰਿਆ ਜਾ ਰਿਹਾ, ਜਿਹੜਾ ਉਠਾਇਆ ਜਾ ਰਿਹਾ ਹੈ, ਪਰ ਇਹਨੂੰ ਜਦੋਂ ਅਕਾਲੀ ਦਲ ਸੰਵਿਧਾਨਕ ਸੰਕਟ ਨਾਲ ਜੋੜਦਾ ਹੈ ਤਾਂ ਉਦੋਂ ਹੀ ਕਾਂਗਰਸ ਵਾਲੇ ਕਹਿੰਦੇ ਆ ਕਿ ਅਕਾਲੀ ਦਲ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ ਹੈ। ਦੇਖੋ, ਰਾਜਨੀਤਿਕ ਪਾਰਟੀਆਂ ਨੇ ਰਾਜਨੀਤੀ ਤਾਂ ਕਰਨੀ ਹੁੰਦੀ ਹੈ, ਰਾਈਟ। ਇਹ ਸਾਨੂੰ ਰਾਜਨੀਤੀ ਕਰਨ ਕੌਣ ਦੇ ਰਿਹਾ? ਇਹਨਾਂ ਦਾ ਆਪਦਾ ਘਰ ਠੀਕ ਹੋਵੇ, ਸਾਨੂੰ ਕਿਉਂ ਮੌਕਾ ਦਿੰਦੇ ਆ? 500 ਕਰੋੜ ਦੀ ਚਪਟੀ ਲੱਗੀ ਪਿਛਲੇ 3 ਸਾਲਾਂ 'ਚ, 600 ਕਰੋੜ ਪਹਿਲੇ ਸਾਲ, 963 ਕਰੋੜ ਦੂਜੇ ਸਾਲ, 1840 ਤੀਜੇ, ਹੋਰ ਜਿਹੜਾ 2000 ਕਰੋੜ ਦਾ ਕਰੋਨਾ ਦੇ ਵੇਲੇ 2 ਨੰਬਰ ਦੀ ਸ਼ਰਾਬ ਵੇਚੀ ਹੈ, ਘਰ ਘਰ ਸ਼ਰਾਬ ਪਹੁੰਚਾਈ ਹੈ, ਰਾਸ਼ਨ ਪਹੁੰਚਣਾ ਚਾਹੀਦਾ ਸੀ, ਸ਼ਰਾਬ ਪਹੁੰਚਾਈ ਹੈ, ਉਹ 2000 ਕਰੋੜ ਦਾ ਇਹਨਾਂ 1-2 ਮਹੀਨਿਆਂ ਦੇ ਵਿੱਚ ਪੂਰੀ ਚਪਟੀ ਲੱਗੀ ਹੈ, ਪੂਰਾ ਨੁਕਸਾਨ ਹੋਇਆ ਹੈ, ਤੇ ਅਸੀਂ ਗੱਲ ਨਾ ਉਠਾਈਏ? ਇਹ ਰਾਜਨੀਤੀ? ਯੈਸ, ਫਿਰ ਅਸੀਂ ਰਾਜਨੀਤੀ ਕਰ ਰਹੇ ਹਾਂ। ਜੇ ਇਹਨਾਂ ਗੱਲਾਂ ਨੂੰ ਉਠਾਉਣਾ ਰਾਜਨੀਤੀ ਹੈ ਤਾਂ ਅਸੀਂ ਰਾਜਨੀਤੀ ਕਰ ਰਹੇ ਹਾਂ, ਔਰ ਐਸੇ ਹੀ ਜ਼ਿੰਮੇਵਾਰੀ ਸਾਨੂੰ। ਓਕੇ ਦੀਪਾ ਜੀ, ਥੈਂਕ ਯੂ ਵੈਰੀ ਮਚ। ਤੁਹਾਡਾ ਵਿਊ ਪੁਆਇੰਟ ਆ ਗਿਆ। ਨੀਲ ਗਰਗ ਵੀ ਸਾਡੇ ਨਾਲ ਨੀਲ ਗਰਗ ਜੀ ਜੁੜੇ ਹੋਏ ਆਮ ਆਦਮੀ ਪਾਰਟੀ ਦੇ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਨੀਲ ਗਰਗ ਜੀ, ਇਸ ਮੁੱਦੇ ਤੇ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਤੁਹਾਡੇ ਸਾਹਮਣੇ ਆ ਜੋ ਕੁਝ ਵਾਪਰ ਰਿਹਾ। ਸਿੱਧੂ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਡਾਕਟਰ ਸੰਧੂ ਨੂੰ ਸਲਾਮ ਕਿ ਜਿਸ ਦਲੇਰੀ ਦੇ ਨਾਲ ਇਹਨਾਂ ਨੇ ਗੱਲਾਂ ਕੀਤੀਆਂ, ਸ਼ਾਇਦ ਕਾਂਗਰਸ ਦਾ ਕੋਈ ਹੋਰ ਬੁਲਾਰਾ ਹੁੰਦਾ ਉਹ ਇੰਨੀਆਂ ਗੱਲਾਂ ਤੇ ਇੰਨਾ ਸੱਚ ਜਿਹੜਾ ਹੈਗਾ ਉਹ ਚੈਨਲ ਦੇ ਉੱਤੇ ਬੈਠ ਕੇ ਨਾ ਬੋਲ ਪਾਉਂਦਾ। ਪਰ ਇਹ ਪੂਰਾ ਸੱਚ ਨਹੀਂ ਹੈ, ਸੱਚ ਇਸ ਤੋਂ ਇਲਾਵਾ ਵੀ ਹੈਗਾ, ਕਿਉਂਕਿ ਜਿਸ ਕਰਨ ਅਵਤਾਰ ਦੀ ਗੱਲ ਕਰ ਰਹੇ ਹੋ, ਇਹ ਕਰਨ ਅਵਤਾਰ ਜੋ ਜਿਹੜਾ ਚੀਫ ਸੈਕਟਰੀ ਹੈ, ਇਹ ਤੁਸੀਂ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਇਹਨਾਂ ਨੇ ਜਦੋਂ ਚੀਫ ਸੈਕਟਰੀ ਲਗਾਇਆ ਗਿਆ ਸੀ ਉਦੋਂ ਬਹੁਤ ਸਾਰਿਆਂ ਨੂੰ ਬਾਈਪਾਸ ਕਰਕੇ ਲਗਾਇਆ ਗਿਆ ਸੀ, ਇਹਨਾਂ ਦਾ ਚਹੇਤਾ ਸੀ। ਇਹਦਾ ਮਤਲਬ ਚੀਫ ਸੈਕਟਰੀ ਮੁੱਦਾ ਨਹੀਂ ਹੈ, ਮੁੱਦਾ ਕਿਤੇ ਹੋਰ ਹੈ। ਸੁਸ਼ਮਾ ਜਾਨੀ ਕਿ ਫਾਰਮ ਹਾਊਸ ਦੇ ਉੱਤੇ ਬੈਠ ਕੇ ਲੰਚ ਡਿਪਲੋਮੈਸੀ ਕਰਕੇ ਜੇਕਰ ਤੁਸੀਂ ਕਹੋ ਉੱਥੇ ਕਰਨ ਅਵਤਾਰ ਦਾ ਤੇ ਮੰਤਰੀ ਮੰਡਲ ਦਾ ਫੈਸਲਾ ਕਰੋਗੇ, ਉਹਨਾਂ ਦਾ ਸਮਝੌਤਾ ਕਰਾ ਦੋਗੇ, ਮੁੱਦਾ ਨਹੀਂ ਹੈ। ਮੁੱਦਾ ਇਹ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਜਿਹੜਾ ਰੌਲਾ ਜਿਹੜਾ ਮਾਫੀਆ ਦੇ ਵਿੱਚ ਹਿੱਸੇਦਾਰੀ ਦਾ ਹੈਗਾ, ਕਿਉਂਕਿ ਜਿਸ ਤਰੀਕੇ ਨਾਲ ਇੱਕ ਐਮਐਲਏ ਟਵੀਟ ਕਰਦਾ ਹੈ, ਉਹ ਇਲਜ਼ਾਮ ਲਗਾਉਂਦਾ ਹੈਗਾ, ਜਿਸ ਤਰੀਕੇ ਨਾਲ ਜਿਹੜਾ ਪੰਜਾਬ ਦਾ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਜੀ ਕਹਿੰਦੇ ਆ, ਪੁਰਾਣੇ ਜਿਹੜੇ ਸਾਬਕਾ ਪ੍ਰਧਾਨ ਸ਼ਮਸ਼ੇਰ ਦੁੱਲੋ ਜੀ ਕਹਿੰਦੇ ਆ, ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦੇ ਆ, ਪ੍ਰਗਟ ਸਿੰਘ ਕਹਿੰਦੇ ਆ, ਨਵਜੋਤ ਸਿੰਘ ਸਿੱਧੂ ਕਹਿੰਦੇ ਆ, ਰਾਜਾ ਵੜਿੰਗ ਕਹਿੰਦੇ ਆ, ਤੇ ਇੱਕ ਮੰਤਰੀ ਜਿਹੜਾ ਹੈਗਾ ਸੁਖਜਿੰਦਰ ਸਿੰਘ ਰੰਧਾਵਾ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਤੇ ਇਹ ਮਸਲਾ ਇੰਨਾ ਕੁ ਨਹੀਂ ਹੈਗਾ ਜਿੰਨਾ ਕੁ ਅਸੀਂ ਸਮਝ ਰਹੇ ਹਾਂ ਕਿ ਇੱਕ ਮਤਲਬ ਚੀਫ ਸੈਕਟਰੀ ਦਾ ਤੇ ਮੰਤਰੀਆਂ ਦਾ ਰੌਲਾ ਪੈ ਗਿਆ। ਅਸਲੀ ਮਸਲਾ ਇਹ ਹੈਗਾ, ਇਹ ਰੌਲਾ ਜਿਹੜਾ ਹੈਗਾ ਇਹ ਜਿਹੜਾ ਹਿੱਸੇਦਾਰੀ ਨੂੰ ਲੈ ਕੇ ਹੈ, ਜਿਹੜਾ ਇਹ ਮਾਫੀਆ ਚੱਲ ਰਿਹਾ ਹੈਗਾ। ਸਾਨੂੰ ਤਾਂ ਇਹ ਸੀ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ ਸੀ
ਠੇਕਿਆਂ ਨੂੰ ਖੋਲ੍ਹਣ ਤੋਂ ਸ਼ੁਰੂ ਹੋਇਆ ਸੀ। ਅਸੀਂ ਤੇ ਉਸ ਵਕਤ ਇਹ ਕਿਹਾ ਸੀ ਆਮ ਆਦਮੀ ਪਾਰਟੀ ਨੇ, ਜੇ ਠੇਕੇ ਖੁੱਲਣਗੇ ਤੇ ਘਰਾਂ ਦੇ ਵਿੱਚ ਕਲੇਸ਼ ਵਧੇਗਾ, ਪਰ ਅਸੀਂ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਜੇ ਠੇਕੇ ਖੁੱਲਣਗੇ ਘਰਾਂ 'ਚ ਨਹੀਂ ਸਰਕਾਰਾਂ ਦੇ ਵਿੱਚ ਕਲੇਸ਼ ਵਧੇਗਾ। ਤੇ ਉਹ ਕਲੇਸ਼ ਆਪਾਂ ਜਿਹੜੇ ਉਹ ਸਾਰੇ ਦੇਖ ਰਹੇ ਆ। ਇਹਦਾ ਜਿਹੜਾ ਹੱਲ ਹੈ ਉਸ ਹੱਲ ਵੱਲ ਕੋਈ ਨਹੀਂ ਜਾਣਾ ਚਾਹੁੰਦਾ, ਨਾ ਤਾਂ ਉਸ ਹੱਲ ਵੱਲ ਪਿਛਲੀ ਸਰਕਾਰ ਗਈ, ਨਾ ਉਸ ਹੱਲ ਵੱਲ ਇਹ ਸਰਕਾਰ ਜਾਣਾ ਚਾਹੁੰਦੀ ਹੈਗੀ ਹੈ। ਇਹਦਾ ਇੱਕੋ ਇੱਕ ਹੱਲ ਹੈਗਾ ਕਿ ਜੇ ਮਾਫੀਆ ਨੂੰ ਠੱਲ ਪਾਉਣੀ ਹੈਗੀ ਹੈ, ਚਾਹੇ ਉਹ ਰੇਤ ਬਜਰੀ ਦਾ ਮਾਫੀਆ ਹੈਗਾ, ਚਾਹੇ ਕੇਬਲ ਮਾਫੀਆ ਹੈਗਾ, ਜਾਂ ਰੇਤਾ ਬਜਰੀ ਦਾ ਮਾਫੀਆ ਹੈਗਾ, ਜਾਂ ਸ਼ਰਾਬ ਮਾਫੀਆ ਹੈਗਾ, ਜਾਂ ਬਿਜਲੀ ਮਾਫੀਆ ਹੈਗਾ, ਜਿੱਥੇ ਉਹਦੀ ਜੜ ਹੈ ਉਸ ਨੂੰ ਕੁੱਟਣਾ ਪਏਗਾ। ਜੇ ਮੈਂ ਸ਼ਰਾਬ ਮਾਫੀਆ ਦੀ ਗੱਲ ਕਰਾਂ ਤਾਂ ਸ਼ਰਾਬ ਮਾਫੀਆ ਨੂੰ ਖਤਮ ਕਰਨ ਵਾਸਤੇ ਸ਼ਰਾਬ ਕਾਰਪੋਰੇਸ਼ਨ ਦਾ ਬਣਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਪੰਜਾਬ ਨੂੰ ਮਾਲੀ ਘਾਟਾ ਹੋ ਰਿਹਾ ਹੈ, ਪੰਜਾਬ ਦੇ ਰਿਸੋਰਸਿਸ ਨੂੰ ਲੁੱਟਿਆ ਜਾ ਰਿਹਾ ਹੈ, ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਅੱਜ ਜਿਸ ਖਜ਼ਾਨੇ ਦੇ ਵਿੱਚ 5000 ਮਹਿਜ 5026 ਕਰੋੜ ਰੁਪਇਆ ਜਿਹੜਾ ਉਹ ਅੱਜ ਖਜ਼ਾਨੇ ਦੇ ਵਿੱਚ ਆ ਰਿਹਾ ਹੈ, ਇਹ ਤੇ 18 ਤੋਂ ਲੈ ਕੇ 20000 ਕਰੋੜ ਰੁਪਇਆ ਹੋ ਸਕਦਾ ਸੀ। ਉਹ ਜਿਹੜਾ ਬਾਕੀ ਦਾ ਜਿਹੜਾ ਹੈਗਾ ਪੈਸਾ ਹੈਗਾ, ਉਹ ਪੈਸਾ ਕਿੱਥੇ ਜਾ ਰਿਹਾ ਹੈ? ਇਸ ਹਮਾਮ ਦੇ ਵਿੱਚ ਸਾਰੇ ਰੰਗੇ ਨੇ। ਇਸ ਹਮਾਮ ਦੇ ਵਿੱਚ ਦੀਪਾ ਸਿੰਘ ਹੋਰਾਂ ਦੀ ਪਾਰਟੀ ਵੀ ਸ਼ਾਮਲ ਹੈ, ਇਸ ਦੇ ਵਿੱਚ ਡਾਕਟਰ ਸਾਹਿਬ ਹੋਰਾਂ ਦੀ ਪਾਰਟੀ ਵੀ ਸ਼ਾਮਲ ਹੈ। ਪਿਛਲੇ 1.5 ਸਾਲ ਦੇ ਵਿੱਚ 4 ਜਿਹੜੀਆਂ ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ ਦਾਰੂ ਦੀਆਂ, ਉਹਨਾਂ ਚੋਂ 3 ਜਿਹੜੀਆਂ ਫੈਕਟਰੀਆਂ ਸੀ ਉਹ ਜਿਹੜੇ ਹੈਗੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚੋਂ ਫੜੀਆਂ ਗਈਆਂ। ਉਹਨਾਂ ਚੋਂ ਇੱਕ ਜਿਹੜਾ ਹੈਗਾ ਸੀ 14 ਨਵੰਬਰ 2018 ਨੂੰ FIR ਦਰਜ ਕੀਤੀ ਸੀ, ਉਹ ਦੋਸ਼ੀ ਨੂੰ ਅੱਜ ਤੱਕ ਜਿਹੜਾ ਹੈਗਾ ਉਹ ਤਫਤੀਸ਼ ਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ। ਇਹ ਕੀ ਦੱਸਦਾ ਹੈਗਾ? ਜੇ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਕੁਝ ਉਹਨਾਂ ਦੀ ਨੱਕ ਦੇ ਥੱਲੇ ਹੋ ਰਿਹਾ, ਇਹਦਾ ਮਤਲਬ ਮੁੱਖ ਮੰਤਰੀ ਦੀ ਨੌਲੇਜ ਹੈਗਾ, ਮੁੱਖ ਮੰਤਰੀ ਦੀ ਸਹਿਮਤੀ ਦੇ ਨਾਲ ਹੀ ਇਹ ਮਾਫੀਆ ਚੱਲ ਰਿਹਾ ਹੈਗਾ। ਇਹ ਰੌਲਾ ਮਾਫੀਆ ਦਾ ਹੈਗਾ, ਇਹ ਹੋਰ ਇਹਨਾਂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਰੌਲਾ ਨਹੀਂ। ਜੇ ਕੈਪਟਨ ਸਾਹਿਬ ਨੇ ਡਿਪਲੋਮੈਸੀ ਕਰਨੀ ਹੈ, ਉਹ ਮੰਤਰੀਆਂ ਨਾਲ ਡਿਪਲੋਮੈਸੀ ਨਾ ਕਰਨ, ਉਹ ਲੋਕਾਂ ਨਾਲ ਆ ਕੇ ਲਿੰਚ ਡਿਪਲੋਮੈਸੀ ਕਰਨ, ਮਹਿਲੇ ਤੋਂ ਬਾਹਰ ਨਿਕਲਣ ਔਰ ਲੋਕਾਂ ਦੇ ਵਿੱਚ ਆਉਣ। ਜਿਹੜੀ ਉਹਨਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਲੋਕਾਂ ਦੇ ਨਾਲ, ਜਾਂ ਤੇ ਉਹ ਵਾਅਦੇ ਪੂਰੇ ਕਰਨ ਜਾਂ ਫਿਰ ਲੋਕਾਂ ਤੋਂ ਮਾਫੀ ਮੰਗਣ ਕਿ ਮੈਂ ਤੁਹਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ, ਮੈਂ ਤੁਹਾਨੂੰ ਮੂਰਖ ਬਣਾ ਕੇ ਤੁਹਾਡੀਆਂ ਜਿਹੜੀਆਂ ਉਹ ਵੋਟਾਂ ਲਈਆਂ ਹੈਗੀਆਂ। ਕਿਉਂਕਿ ਹੁਣ ਜਿਹੜਾ ਹੈਗਾ ਵਕਤ ਇਹਨਾਂ ਕੋਲੇ ਜ਼ਿਆਦਾ ਹੈ ਨਹੀਂ। ਇਹ ਸਾਰੇ ਜਿਹੜੇ ਐਮਐਲਏ ਉਹ ਇਸੇ ਕਰਕੇ ਪਾਉਣੇ ਆ ਕਿਉਂਕਿ 1.5 ਸਾਲ ਅੱਗੇ ਰਹਿ ਗਏ, ਇਹਨਾਂ ਨੂੰ ਦੁਬਾਰਾ ਇਹ ਫੇਸ ਲੋਕਾਂ ਨੂੰ ਕਰ ਨਹੀਂ ਸਕਣਗੇ। ਜੀ ਥੈਂਕ ਯੂ ਵੈਰੀ ਮਚ। ਸੰਧੂ ਸਾਹਿਬ, ਤੁਸੀਂ ਗਰਗ ਸਾਹਿਬ ਦੇ ਕਮੈਂਟ ਸੁਣੀ ਲਏ ਹੈ। ਉਹ ਕਹਿੰਦੇ ਕਿ ਅਧਿਕਾਰੀ ਦੇ ਬਦਲਣ ਦਾ ਮਾਮਲਾ ਨਹੀਂ, ਮਾਮਲਾ ਤਾਂ ਪੰਜਾਬ ਦੀ ਲੁੱਟ ਦਾ, ਕਿ ਲੁੱਟਣਾ ਕਿਵੇਂ ਹੈ ਪੰਜਾਬ। ਗੱਲ ਇਹ ਹੈ ਬਈ ਪਹਿਲੂ ਇਹਦਾ ਜਿੱਥੋਂ ਤੱਕ ਤਾਂ ਆਮ ਆਦਮੀ ਪਾਰਟੀ ਦਾ ਤਾਲੁਕ ਹੈ ਜਾਂ ਅਕਾਲੀਆਂ ਦਾ ਤਾਲੁਕ ਹੈ, ਇਹ ਓਪਰਚੁਨਿਸਟਿਕ ਵਿਊ ਪੁਆਇੰਟਸ, ਓਪਰਚੁਨਿਸਟਿਕ ਆਪੋਜੀਸ਼ਨ ਕੀਪਿੰਗ ਦੀਆਂ ਸ਼ਾਇਦ ਇਹ ਜਿਹੜਾ ਮੁਰਦਿਓ ਪਿਛਲੀ ਵਾਰੀ ਅਕਾਲੀ ਜੁੜਿਆ ਸੀਗਾ, ਇਹ ਸੀਗੇ, ਇਹ ਅੱਜ ਵੀ ਹੈ, ਠੀਕ ਹੈ ਜੀ। ਲੇਕਿਨ ਉਹ ਚਲਾ ਰਿਹਾ ਕਿਸ ਪੱਧਰ ਤੇ ਕੀ ਹਿਸਾਬ ਕਿਤਾਬ ਹੈ, ਇਹ ਮੈਟਰ ਆਫ ਕੁਐਰੀ ਹੈ। ਜਿੱਥੋਂ ਤੱਕ ਪਟਿਆਲੇ ਦੀ ਗੱਲ ਹੈ, ਨੀਲ ਗਰਗ ਜੀ ਕਹਿੰਦੇ ਪਟਿਆਲੇ ਫੜਿਆ ਗਿਆ। ਜੇ ਮੁੱਖ ਮੰਤਰੀ ਦੇ ਵਿੱਚ ਇਨਵੋਲਵ ਹੋਵੇ ਤੇ ਉਹ ਫਿਰ ਆਪਦੇ ਵਿੱਚ 2 ਸਾਲ ਹੋਰ ਚਲਾਉਂਦਾ ਮੌਜ ਨਾਲ, ਤੇ ਫਿਰ ਅਖੀਰ 'ਚ ਫੜਦਾ ਵੀ ਲਾਉਂਦੇ ਸੀ। ਫੜਨ ਪੁਲਿਸ ਜਿਹੜੀ ਹੈ ਉਹ ਦਿੱਲੀ ਤੋਂ ਆਈ ਸੀ ਜਾਂ ਹਰਿਆਣੇ ਤੋਂ ਆਈ ਸੀ ਜਾਂ ਐਕਸਾਈਜ਼ ਵਾਲੇ ਉੱਥੋਂ ਆਏ ਸੀ। ਗੱਲ ਸਿਰਫ ਇਹ ਹੈ ਕਿ ਇੰਡੀਵਿਜੂਅਲ ਲੋਕ ਜਿਹੜੇ ਆਪਦੇ ਆਪ ਨੂੰ ਤਾਕਤ ਵਾਲਿਆਂ ਦੇ ਨਜ਼ਦੀਕ ਜਿਹੜੇ ਉਹ ਵਿੱਚ ਦਾ ਨਜਾਇਜ਼ ਕਰਦਾ, ਸਾਰੀਆਂ ਸਰਕਾਰਾਂ 'ਚ ਕਰਦਾ ਔਰ ਉਹ ਜਾਂਦੇ ਆ ਫਿਰ ਫਟਾਫਟ ਇਹਦਾ ਤਾਂ ਕੱਢ ਲਿਆਉਂਦੇ ਆ। ਉਹ ਅਕਾਲੀਆਂ ਵੇਲੇ ਵੀ ਹੁੰਦਾ ਰਿਹਾ, ਉਹ ਹੁਣ ਵੀ ਹੋ ਰਿਹਾ। ਜਿੱਥੋਂ ਤੱਕ ਮਾਫੀਆ ਦਾ ਤਾਲੁਕ ਹੈਗਾ, ਮਾਫੀਆ ਤਾਂ ਜੇ ਸਰਕਾਰ ਚਲਾਉਂਦੀ ਹੋਵੇ ਤਾਂ ਉਹ ਸਰਕਾਰ ਕਦੇ ਵੀ ਉਸ ਮਾਫੀਏ ਦਾ ਨੁਕਸਾਨ ਨਹੀਂ ਹੋਣ ਦੇਊਗੀ, ਚਾਹੇ ਉਹ 1 ਸ਼ਰਾਬ ਦਾ ਠੇਕਾ ਹੋਵੇ ਤੇ ਚਾਹੇ 1 ਡਿਸਟਿਲਰੀ ਹੋਵੇ ਤੇ ਚਾਹੇ 10 ਹੋਣ। ਸੋ ਇਹਨੂੰ ਤੁਸੀਂ ਜੋ ਇਹ ਕਹਿ ਰਹੇ ਹੈ ਐਜ਼ ਆਪੋਜੀਸ਼ਨ, ਇਹਨਾਂ ਦਾ ਇਹ ਇੱਕ ਬਹੁਤ ਕਮਜ਼ੋਰ ਜਿਹਾ ਉਪਰਾਲਾ ਹੈ ਕਿ ਗਵਰਨਮੈਂਟ ਨੂੰ ਅਸੀਂ ਕੱਟ ਕਰੇ ਖੜੇ ਕਰ ਰਹੇ ਹਾਂ। ਜੀ ਮਸਲਾ ਇਹ ਨਹੀਂ ਹੈ, ਲੈਣਾ ਚਾਹੁੰਦਾ ਤੁਹਾਡੇ ਮਸਲਾ ਇਹ ਹੈ ਜਿਹੜੀ ਗੱਲ ਸਰ ਇੱਕ ਸਵਾਲ। ਜੀ ਸਰ ਆਈ ਐਮ ਸੌਰੀ, ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ। ਮੈਂ ਇੱਕ ਸਵਾਲ ਲੈਣਾ ਚਾਹੁੰਦਾ ਤੁਹਾਡੇ ਤੋਂ। ਜੋ ਸਥਿਤੀ ਇਸ ਵੇਲੇ ਬਣੀ ਹੈ, ਜਿਸ ਤਰ੍ਹਾਂ ਮਨਪ੍ਰੀਤ ਬਾਦਲ ਤੇ ਚਰਨਜੀਤ ਚੰਨੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਬੁਲਾਇਆ, ਜਿੱਦਾਂ ਸਾਡੇ ਮਹਿਮਾਨ ਵੀ ਕਹਿ ਰਹੇ, ਚਲੋ ਖਾਣੇ ਤੇ ਜਿਹੜਾ ਹੈਗਾ ਉਹਨਾਂ ਦਾ ਬੁਲਾਉਣ ਦਾ ਅਧਿਕਾਰ ਹੈ, ਮੰਤਰੀਆਂ ਦਾ ਜਾਣਾ ਵੀ ਬਣਦਾ ਹੈਗਾ। ਪਰ ਜਿਸ ਤਰੀਕੇ ਨਾਲ ਜਿਹੜਾ ਮਨਪ੍ਰੀਤ ਨੇ ਗੱਲ ਕਹੀ ਹੈ ਕਿ ਵੀ ਕੈਬਨਿਟ ਦੇ ਵਿੱਚ ਆਓ, ਉੱਥੇ ਸਾਰੇ ਗੱਲ ਕਰੋ,
ਘੱਟੋ ਘੱਟ ਲੱਗਦਾ ਕਿ ਮਨਪ੍ਰੀਤ ਨੇ ਇੱਕ ਗੱਲ ਚੋਂ ਨਿਕਲ ਗਿਆ ਕਿ ਉਹ ਨਵਜੋਤ ਸਿੱਧੂ ਵਾਂਗੂ ਆਈਸੋਲੇਟ ਹੋ ਕੇ ਘਰ ਬੈਠਣ ਤੋਂ ਬਚ ਗਿਆ। ਉਹਨੇ ਕਿਹਾ ਕਿ ਪੂਰੇ ਮੰਤਰੀ ਮੰਡਲ ਦਾ ਮਾਮਲਾ ਜਨਾਬ, ਮੈਂ ਇਕੱਲਾ ਵੋਟਾਂ ਮੈਂ ਲੈ ਕੇ ਜਾਂ ਇਕੱਲੀ ਸਹੁੰ ਚੁੱਕ ਕੇ ਨਹੀਂ ਆਇਆ, ਪੂਰੇ ਪੰਜਾਬ ਨਾਲ ਆਪਾਂ ਸਾਰੇ ਵਾਅਦਾ ਕਰਕੇ ਆਏ ਹਾਂ। ਕੈਬਨਿਟ 'ਚ ਆਓ, ਜੇ ਇਸ ਤਰ੍ਹਾਂ ਹੀ ਚਲਾਉਣੀ ਆ ਨੀਤੀ ਤਾਂ ਸਾਰੇ ਕੈਬਨਿਟ ਦੀ ਮੋਹਰ ਲਵਾ ਲਓ ਤਾਂ ਕਿ ਸਾਰੇ ਹੀ ਆਪਾਂ ਇਹ ਜਹਾਜ਼ 'ਚ ਸ਼ਾਮਲ ਹੋ ਗਏ, ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਸਾਰੇ ਜ਼ਿੰਮੇਵਾਰ ਹਾਂ। ਮਨਪ੍ਰੀਤ ਦਾ ਲੱਗਦਾ ਕਿਤੇ ਪੋਲੀਟੀਕਲ ਜਾਂ ਸੋਚਿਆ ਸਮਝਿਆ ਡਿਸੀਜਨ ਹੈ ਕਿ ਤੂੰ ਸਾਨੇ ਇਕੱਲੇ ਨੂੰ ਬੁਲਾ ਕੇ ਇਹਦੇ 'ਤੇ ਮੋਹਰ ਨਾ ਲਵਾ, ਕੈਬਨਿਟ 'ਚ ਆ। ਜੇ ਸਾਰੀ ਕੈਬਨਿਟ ਇਹਦੇ 'ਤੇ ਅੰਗੂਠਾ ਲਾਏਗੀ ਤਾਂ ਪੰਜਾਬ ਆਪੇ ਜਵਾਬ ਲੈ ਲੇਗਾ। ਜੀ ਸੰਧੂ ਸਾਹਿਬ, ਮਨਪ੍ਰੀਤ ਦੀ ਪਹਿਲੀ ਗਲਤੀ ਨੂੰ ਦਰੁਸਤ ਕਰਨ ਦਾ ਇਹ ਇੱਕ ਉਹਨੇ ਤਰੀਕਾ ਲੱਭਿਆ। ਜਿਹੜੀ ਪਹਿਲੀ ਗਲਤੀ ਮੈਂ ਤੁਹਾਨੂੰ ਵਾਰੀ-ਵਾਰੀ ਉਦੋਂ ਕਿਹਾ ਸੀਗਾ ਵੀ ਚੀਫ ਸੈਕਟਰੀ ਨੂੰ ਮੀਟਿੰਗ ਚੋਂ ਕੱਢਣਾ ਚਾਹੀਦਾ ਸੀ, ਬਜਾਏ ਆਪ ਉੱਠ ਕੇ ਜਾਣ ਦੇ। ਵਾਈ ਸ਼ੁੱਡ ਕੈਬਨਿਟ ਮਿਨਿਸਟਰ, ਫਾਈਨਾਂਸ ਮਿਨਿਸਟਰ ਪ੍ਰੋਟੈਸਟ ਕਰਕੇ ਬਾਹਰ ਨਿਕਲ ਜੇ ਇੱਕ ਚੀਫ ਸੈਕਟਰੀ ਨਾਲ ਗੱਲ ਕਰਨ ਤੋਂ? ਚੀਫ ਸੈਕਟਰੀ ਨੂੰ ਕਿਉਂ ਨਹੀਂ ਤੋਰਿਆ? ਉਹੀ ਗੱਲ ਜਿਹੜੀ ਹੁਣ ਹੈ, ਹੁਣ ਉਸ ਗੱਲ ਦੇ ਉੱਤੇ ਜਦੋਂ ਬੈਠ ਕੇ ਬੰਦਾ ਸੋਚਦਾ ਬਾਅਦ ਦੇ ਵਿੱਚ ਵੀ ਉਹਨੂੰ ਹੁਣ ਦਰੁਸਤ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਮੁੱਖ ਮੰਤਰੀ ਨੂੰ ਵੀ ਨਾ ਕਰ ਦਿਓ ਕਿ ਜੀ ਇਹ ਤਾਂ ਕੈਬਨਿਟ ਦਾ ਫੈਸਲਾ ਹੈ ਤੇ ਉੱਥੇ ਇਹ ਕੈਬਨਿਟ 'ਚ ਗੱਲ ਹੋਊਗੀ। ਤੇ ਜੇ ਫਰਜ਼ ਕਰ ਲਓ ਕੈਬਨਿਟ ਇਹ ਫੈਸਲਾ ਕਰ ਦੇਵੇ, ਕੈਬਨਿਟ ਇਹ ਫੈਸਲਾ ਕਰ ਦੇਵੇ ਕਿ ਚੀਫ ਸੈਕਟਰੀ ਜਿਹੜਾ ਹੈਗਾ ਉਹਨੂੰ ਉਹਦੇ ਤੇ ਕੋਈ ਐਕਸ਼ਨ ਨਹੀਂ ਲੈਣਾ, ਚਲੋ ਇਹਨੂੰ ਖਤਮ ਕਰ ਦਿਓ ਗੱਲ ਨੂੰ, ਤੇ ਫਿਰ ਮਨਪ੍ਰੀਤ ਹੋਰੀ ਕੀ ਕਰਨਗੇ? ਫਿਰ ਵੇ ਆਊਟ ਕੀ ਰਹਿ ਜਾਂਦਾ? ਫਿਰ ਐਗਜ਼ੈਕਟਿਵ ਹਾਵੀ ਹੋ ਜਾਊਗੀ ਇਲੈਕਟਡ ਰੈਪਰੈਜ਼ੈਂਟੇਟਿਵਸ ਤੇ। ਗੱਲ ਸਿਰਫ ਇਹ ਹੈ ਵੀ ਮੇਰੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣ ਦੀ ਬਜਾਏ ਇਹ ਸਾਰੇ ਮੋਢੇ ਉੱਥੇ ਬੰਦੂਕ ਚਲਾ ਜੋ ਸਿੱਧੂ ਨੂੰ ਇਹਨਾਂ ਨਾਲ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ। ਮੈਂ ਛੋਟਾ ਜਿਹਾ ਸਵਾਲ ਬ੍ਰੇਕ ਤੋਂ ਬਾਅਦ ਵੀ ਲਵਾਂਗਾ। ਡਾਕਟਰ ਸਾਹਿਬ ਮੇਰੀ ਮਜਬੂਰੀ ਹੈ ਬ੍ਰੇਕ ਦੀ, ਮੈਂ ਵਾਪਸ ਆਵਾਂਗਾ ਤੁਹਾਡੇ ਕੋਲ ਇਸੇ ਸਵਾਲ ਦੇ ਉੱਤੇ। ਜ਼ਰੂਰ ਲੈਣਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਆਪਾਂ ਵਾਪਸ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਚਰਚਾ ਕਰ ਰਹੇ ਹਾਂ ਜਿਸ ਤਰੀਕੇ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ, ਕੈਬਨਿਟ ਮੰਤਰੀ ਚਰਨਜੀਤ ਚੰਨੀ, ਮੁੱਖ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਇਸ ਮੁੱਦੇ ਤੇ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਬਦਲਿਆ ਜਾਵੇ ਜਾਂ ਨਾ ਬਦਲਿਆ ਜਾਵੇ, ਜਾਂ ਕਿਸ ਤਰੀਕੇ ਨਾਲ ਲਿਪਾਪੋਚੀ ਕੀਤੀ ਜਾ ਸਕਦੀ ਹੈ। ਸੰਧੂ ਸਾਹਿਬ, ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ, ਉਸੇ ਮੁੱਦੇ ਤੇ ਮੈਂ ਤੁਹਾਡੀ ਕੰਪਲੀਟ ਜਿਹੜਾ ਹੈਗਾ ਜਵਾਬ ਲੈਣਾ ਚਾਹਾਂਗਾ। ਬਿਲਕੁਲ ਠੀਕ ਹੈ ਕਿ ਪੂਰੀ ਕੈਬਨਿਟ ਦੀ ਜ਼ਿੰਮੇਵਾਰੀ ਹੈ। ਸੰਧੂ ਸਾਹਿਬ, ਇੱਕ ਗੱਲ ਤਾਂ ਹਾਈ ਹੈ, ਜੇ ਕੈਬਨਿਟ ਉਹਦੇ ਤੇ ਮੋਹਰ ਲਾਏਗੀ ਤਾਂ ਕੱਲ੍ਹ ਨੂੰ ਜਿੱਦਾਂ ਆਪਣੇ ਮਹਿਮਾਨ ਵੀ ਨਾਲ ਦੇ ਕਹਿ ਰਹੇ ਹੈ, ਹੋਰ 1.5 ਸਾਲ ਨੂੰ ਇਲੈਕਸ਼ਨਾਂ ਆਉਣਗੀਆਂ, ਫਿਰ ਪੰਜਾਬ ਵਾਲੇ ਪੁੱਛਣਗੇ ਤਾਂ ਸਹੀ ਨਾ ਜੀ, ਫਿਰ ਪੂਰੀ ਕੈਬਨਿਟ ਹਿਸਾਬ ਕਿਤਾਬ ਮੰਗੇਗੀ ਜਾਂ ਹਿਸਾਬ ਕਿਤਾਬ ਦੇਣਾ ਪਏਗਾ ਉਸ ਨੂੰ, ਇਕੱਲੇ ਮਨਪ੍ਰੀਤ ਨੂੰ ਹਿਸਾਬ ਕਿਤਾਬ ਨਹੀਂ ਦੇਣਾ ਪਏਗਾ? ਜੀ 117 ਐਮਐਲਏ ਨੂੰ ਜਵਾਬ ਦੇਣਾ ਪੈਣਾ ਹੈ, ਕੱਲੀ ਸਰਕਾਰ ਦੇ ਐਮਐਲਏ ਨੂੰ ਬਿਲਕੁਲ ਠੀਕ ਦੇਣਾ ਪੈਣਾ, 17 ਐਮਐਲਏ ਨੂੰ ਜਵਾਬ ਦੇਣਾ ਪੈਣਾ ਹੈ। ਔਰ ਉਸ ਜਵਾਬ ਪ੍ਰਗਟ ਸਿੰਘ ਨੇ ਇਹੀ ਗੱਲ ਕਹੀ ਹੈ, ਪ੍ਰਗਟ ਸਿੰਘ ਨੇ ਇਹੀ ਗੱਲ ਕਹੀ ਹੈ। ਜੀ ਉਹ ਆਪਦਾ ਅੱਗਾ ਹਰ ਕੋਈ ਵਰਦਾ। ਪ੍ਰਗਟ ਸਿੰਘ ਨੇ ਲੋਕਾਂ ਕੋਲੇ ਲੋਕ ਸੰਗਤ ਜਵਾਬ ਕੀ ਤਿਆਰੀ ਕਰਦੇ ਆ, ਉਹ ਤਿਆਰੀ ਕਰਨ ਵਾਸਤੇ ਲੋਕਾਂ ਦੇ ਵਿੱਚ ਕੀ ਇਮੇਜ ਪਈਆਂ ਉਹਦੇ ਹਿਸਾਬ ਨਾਲ ਕੋਈ ਟਵੀਟ ਕਰਦਾ, ਕੋਈ ਲੜਦਾ, ਕੋਈ ਭਿੜਦਾ, ਕੋਈ ਪੂਰੇ ਕੈਬਨਿਟ ਨੂੰ ਕਾਲ ਕਰਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਕਿਤੇ ਨਾ ਕਿਤੇ ਜਿਹੜੀ ਕਮਜ਼ੋਰੀ ਆਈ ਹੈ ਉਹ ਇਹ ਹੈ ਕਿ ਲੋਕਾਂ ਦੇ ਖੁਸ਼ਹਾਲ ਕਰਨ ਦੀ ਬਜਾਏ ਕਿਤੇ ਨਾ ਕਿਤੇ ਕਈ ਕੁਝ ਪਰਸੈਂਟੇਜ ਜਿਹੜੀ ਆ ਉਹ ਨਿੱਜੀ ਸਵਾਰਥ ਜਦੋਂ ਵਿੱਚ ਆ ਜਾਂਦਾ ਹੈ, ਉਹ ਫਿਰ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ ਤੇ ਉਹ ਜਿਹੜੇ ਸਾਈਡਲਾਈਨ ਹੋ ਜਾਂਦੇ ਆ, ਜਿਹੜੇ ਮਸਲੇ ਅਸਲੀ ਹੈ ਉਹ ਪਾਸੇ ਹੋ ਜਾਂਦੇ ਆ, ਜਿਹੜੇ ਦੂਜੇ ਆ ਇਹ ਕੋਈ ਲੜਾਈ ਦੇ ਮਸਲੇ ਆ, ਇਹ ਕੋਈ ਲੜਾਈ ਦਾ ਮਸਲਾ ਥੋੜ੍ਹਾ ਹੈ। ਚੀਫ ਮਿਨਿਸਟਰ, ਹੁਣ ਮੇਰੀ ਦੱਸੋ ਤੁਸੀਂ ਕੈਬਨਿਟ ਦੇ ਉੱਤੇ ਇੱਕ ਮਿੰਟ ਹੂ ਇਜ਼ ਦ ਚੀਫ ਮਿਨਿਸਟਰ? ਕੈਪਟਨ ਅਮਰਿੰਦਰ। ਤੇ ਕੈਬਨਿਟ ਕਰ ਲਵੇ ਫੈਸਲਾ ਕਰਕੇ ਕੈਬਨਿਟ ਕਹਿ ਦੂਗਾ ਵੀ ਮੁੱਖ ਮੰਤਰੀ ਨੂੰ ਲਾ ਦਿਓ। ਮੁੱਖ ਮੰਤਰੀ ਜੇ ਅੜ ਗਿਆ ਵੀ ਮੈਂ ਤਾਂ ਨਹੀਂ ਮੰਨਦਾਗਾ, ਚੀਫ ਸੈਕਟਰੀ ਇਹੋ ਹੀ ਰਹੂਗਾ, ਕੀ ਕਰ ਲੂਗਾ ਕੈਬਨਿਟ ਕਹੂਗਾ ਅਸੀਂ ਤਾਂ ਅਸਤੀਫੇ ਦਿੰਦੇ ਆ, ਦੇ ਦਿਓ 78 ਐਮਐਲਏ ਦੇ ਕੋਲੇ, ਇੱਕ ਕੈਬਨਿਟ ਹੋਰ ਤਿਆਰ ਕਰ ਲੂਗਾ। 1.5 ਸਾਲ ਰਹਿ ਗਿਆ। ਡਾਕਟਰ ਸਾਹਿਬ ਥੈਂਕ ਯੂ, ਤੁਹਾਡੀ ਗੱਲ ਆ ਗਈ। ਦੀਪਾ ਜੀ, ਤੁਸੀਂ ਡਾਕਟਰ ਸੰਧੂ ਦੇ ਕਮੈਂਟਸ ਵੀ ਸੁਣੇ ਹੈ। ਗਰਗ ਸਾਹਿਬ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ ਆਬਕਾਰੀ ਦੀ ਗੱਲ ਕਰਦੇ ਆ ਜਾਂ ਸ਼ਰਾਬ ਦੀ 2 ਨੰਬਰ ਦੇ ਕਾਰੋਬਾਰ ਦੀ ਧੰਦੇ ਦੀ ਗੱਲ ਕਰਦੇ ਆ, ਅਕਾਲੀ ਦਲ ਵੇਲੇ ਵੀ ਇਹੀ ਨੀਤੀਆਂ ਚੱਲਦੀਆਂ ਰਹੀਆਂ ਜਿਹੜੀਆਂ ਹੁਣ ਚੱਲਦੀਆਂ ਰਹੀਆਂ ਹੈ। ਔਰ ਸੰਧੂ ਸਾਹਿਬ ਦਾ ਕਹਿਣਾ ਹੈ ਕਿ ਇਹਦੇ ਤੇ ਜਿਹੜੀ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ, ਕੈਬਨਿਟ ਆਪਣੇ ਤੌਰ ਤੇ ਜੋ ਫੈਸਲਾ ਹੋਏਗਾ ਉਸ ਨੂੰ ਕਰਨਾ ਪਏਗਾ। ਜਗਤਾਰ ਜੀ, ਮੈਂ ਪਹਿਲਾਂ ਅਨੀਲ ਗਰਗ ਜੀ ਦਾ ਜਵਾਬ ਦੇ ਲਾਂ, ਜਿਹੜਾ ਕਹਿੰਦੇ ਕਿ ਅਕਾਲੀ ਦਲ ਵੇਲੇ ਇਹ ਕੁਝ ਹੁੰਦਾ। ਦੱਸਾਂ ਮੈਂ ਤੱਥਾਂ ਦੇ ਆਧਾਰ ਤੇ 2007 ਤੋਂ 2017 ਤੱਕ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ
ਐਵਰੇਜ ਐਨ ਐਵਰੇਜ 12.8% ਦੀ ਇਨਕਰੀਜ਼ ਸੀ 10 ਦੇ 10 ਸਾਲ। ਇਹ ਮੈਨੂੰ ਦਿੱਲੀ ਦੀ ਇਹਨਾਂ ਦੀ ਸਰਕਾਰ ਹੈ, ਇਹਨਾਂ ਪੰਜਾਬ ਦਾ ਕੋਈ ਨੇੜੇ ਤੇੜੇ ਇਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ। ਮੈਂ ਪੰਜਾਬ ਦੇ ਵਿੱਚ ਕਿਸੇ ਹੋਰ ਸਰਕਾਰ ਕਿਸੇ ਵੇਲੇ ਕਿਸੇ ਸਾਲ ਇੰਨੀ ਇਨਕਰੀਜ਼ ਆਈ ਹੋਵੇ ਤਾਂ ਮੈਨੂੰ ਦੱਸਿਆ ਜਾਵੇ। ਕਾਂਗਰਸ ਵਾਲੇ ਵੀ ਬੈਠੇ ਹੈ ਤੇ ਆਪ ਵਾਲੇ ਦਿੱਲੀ ਦੀ ਸਰਕਾਰ ਇਹਨਾਂ ਦੀ ਹੈਗੀ ਹੈ, ਉੱਥੇ ਦੱਸ ਦਿਨ ਹਰ ਸਾਲ ਜੇ ਇਨਕਰੀਜ਼ ਇਸ ਤੋਂ ਵੱਧ ਦਿੱਲੀ ਵਾਲੇ ਲੈ ਰਹੇ। ਹਾਂ 70% ਟੈਕਸ ਵਧਾ ਦੇਣਾ, ਉਹਦੇ ਤੇ ਐਕਸਾਈਜ਼ ਵਧਾ ਕੇ ਇਨਕਰੀਜ਼ ਲੈ ਲੈਣੀ, ਉਹ ਹੋਰ ਗੱਲ ਹੈ। ਉਹ ਐਕਚੁਅਲੀ ਚਲੋ ਹਾਲਾਤ ਡਿਫਰੈਂਟ, 70% ਰੇਟ ਵਧਾਤੇ ਆ ਦਿੱਲੀ ਦੇ ਵਿੱਚ, ਪੰਜਾਬ 'ਚ ਹਰਿਆਣੇ 'ਚ, ਕਿਤੇ ਸਾਰੇ ਦੇਸ਼ ਦੇ ਵਿੱਚ ਕਿਸੇ ਸਰਕਾਰ ਨੇ ਇੰਨੇ ਰੈਵਨਿਊ ਇਕੱਠਾ ਕਰਨ ਵਾਲੇ ਇੰਨੇ ਰੇਟ ਨਹੀਂ ਲਾਏ ਜਿੰਨੇ ਡੀਜ਼ਲ ਤੇ ਪੈਟਰੋਲ ਤੇ, ਔਰ ਖਾਸ ਕਰਕੇ ਐਕਸਾਈਜ਼ ਜਿਹੜੀ ਠੇਕਿਆਂ ਤੇ ਇਹਨਾਂ ਨੇ ਲਗਾਈ ਹੈ ਲਿਕਰ ਤੇ, ਉਹ ਦਿੱਲੀ ਨੇ ਸਭ ਤੋਂ ਵੱਧ ਲਾਈ ਹੈ। ਇਹ ਦੱਸ ਦਿਨ ਜੀ ਇਸ ਤੋਂ ਵੱਧ। ਹਾਂ ਪਰ ਇਹ 10 ਸਾਲਾਂ ਦੇ ਵਿੱਚ ਇਨਕਰੀਜ਼ ਹੈ। ਕੋਈ ਇਹੋ ਜਿਹਾ ਮਾਫੀਆ ਇਹੋ ਜਿਹੀ ਗੱਲ ਨਹੀਂ ਸੀ। ਜੇ ਮਾਫੀਏ ਦੀ ਗੱਲ ਹੁੰਦੀ ਸਾਡੇ ਲੀਡਰਾਂ ਦੇ ਘਰਾਂ 'ਚ ਪੈਸੇ ਗਏ ਹੁੰਦੇ, ਡਿਸਟਿਲਰੀਆਂ 'ਚੋਂ 2 ਨੰਬਰ 'ਚ ਸ਼ਰਾਬ ਨਿਕਲੀ ਹੁੰਦੀ, ਘਰ ਘਰ ਡਿਲੀਵਰੀ ਹੁੰਦੀ, ਪਰ ਫਿਰ ਇਨਕਰੀਜ਼ ਨਹੀਂ ਮਿਲ ਸਕਦੀ ਸੀ। ਜੇ ਉਦੋਂ ਵੀ ਇਨਕਰੀਜ਼ ਮਿਲੀ ਔਰ ਉਦੋਂ ਵੀ ਇਹੋ ਜਿਹਾ ਧੰਦਾ ਸੀ ਤਾਂ ਫਿਰ ਅੱਜ ਕਿਉਂ 5500 ਕਰੋੜ ਦਾ ਨੁਕਸਾਨ ਹੈ? ਇਹਨਾਂ ਦੇ ਮੰਤਰੀ ਕਹਿ ਰਹੇ, ਇਹਨਾਂ ਦੇ ਐਮਐਲਏ ਕਹਿ ਰਹੇ, ਵਿਰੋਧੀ ਧਿਰ ਆਪ ਵਾਲੇ ਵੀ ਕਹਿ ਰਹੇ। ਦੂਜੀ ਗੱਲ, ਡਾਕਟਰ ਸੰਧੂ ਸਾਹਿਬ ਦੀ ਗੱਲ ਕਰੀਏ, ਦੇਖੋ ਜਿਵੇਂ ਇਹਨਾਂ ਨੇ ਵੀ ਕਿਹਾ ਇਹ ਘਰ ਦਾ ਮਸਲਾ ਨਹੀਂ ਰਹਿ ਗਿਆ, ਸਰਕਾਰ ਦਾ ਨਹੀਂ ਮਸਲਾ ਰਹਿ ਗਿਆ। ਇਹਨਾਂ ਨੇ ਕਿਹਾ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦਾ ਜੇ ਆਪਦਾ ਜਾਂ ਸਰਕਾਰ ਦੀ ਕੋਈ ਇਹਦੇ 'ਚ ਮਾੜਾ ਹੋਵੇ ਖਿਆਲ ਕਿ ਅਸੀਂ ਇਹਨਾਂ 'ਚ ਹੇਰਾਫੇਰੀ ਕਰਨੀ ਹੈ ਤਾਂ ਇਹ ਆਪ ਕਿਉਂ ਛਾਪੇ ਮਾਰਨ। ਇਹ ਛਾਪਾ ਡਾਕਟਰ ਸਾਹਿਬ 3-4 ਮਹੀਨੇ ਪਹਿਲਾਂ ਵੱਜਿਆ ਸੀ ਰਾਜਪੁਰੇ ਵਾਲੀ ਫੈਕਟਰੀ ਦੇ ਵਿੱਚ। ਗੱਲ ਹੁਣ ਕਿਹਨੇ ਮਾਰਿਆ ਸੀ? ਮੈਂ ਦਿੱਲੀ ਦਾ ਕਰ ਕਿਹਨੇ ਮਾਰਿਆ ਸੀ? 4 ਉੱਥਾਂ ਦੇ 3-4 ਐਮਐਲਏ ਨੇ ਇਸ਼ੂ ਉਠਾਏ ਸੀ, ਉਸ ਤੋਂ ਬਾਅਦ ਛਾਪਾ ਵੱਜਿਆ ਸੀ। ਫਿਰ ਉਹ ਛਾਪੇ ਦੀ ਆੜ 'ਚ ਐਮਐਲਏ ਕਿਉਂ ਚੁੱਪ ਕਰ ਗਏ? ਕੋਈ ਮੈਨੂੰ ਲੱਗਦਾ ਇਹ ਤਾਰ ਉਸ ਇਹ ਜਿਹੜੇ ਇਹ ਡਿਸਟਿਲਰੀ ਜਿਹੜੀ ਫੜੀ ਸੀ ਉਦੋਂ ਦੀ ਵੀਡੀਓ ਵੀ ਵਾਇਰਲ ਹੋਈ ਸੀ, ਪਰ ਉਸ ਤੋਂ ਬਾਅਦ 4 ਮਹੀਨੇ ਚੁੱਪ ਕਿਉਂ ਹੋ ਗਈ? ਔਰ ਐਮਐਲਏ ਵੀ ਉਹ ਚੁੱਪ ਕਰ ਗਏ। ਇਹ ਤਾਰ ਕਿਤੇ ਜੁੜਦੀ ਹੈ। ਇਹ ਐ ਨਹੀਂ ਕਿ ਸਰਕਾਰ ਮੈਂ ਤਾਂ ਜਵਾਬ ਲੈ ਲਓ ਜਗਤਾਰ ਜੀ। ਪਰ ਜਿਹੜਾ ਐਮਐਲਏ ਮਾਰਾ, ਹੁਣ ਵੀ ਉਹਨਾਂ ਨੇ ਪਿਛਲੇ ਮੀਟਿੰਗ ਵਿੱਚ ਜਿਸ ਦਿਨ ਐਮਐਲਏ ਗਏ ਆ 5 ਪਿਛਲੀ ਵਾਰੀ, ਜਿੰਦੇ 'ਚ ਰੰਧਾਵਾ ਗਿਆ, ਜਿੰਦੇ 'ਚ ਰਾਜਾ ਵੜਿੰਗ ਵੀ ਗਿਆ, ਉਦੋਂ ਵੀ ਉਹਨਾਂ ਨੇ ਐਮਐਲਏ ਮੰਤਰੀਆਂ ਦਾ ਨਾਂ ਲਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਚੀਫ ਸੈਕਟਰੀ ਦੇ ਇਕੱਲੇ ਤੇ ਉਂਗਲੀ ਨਾ ਠਾਓ ਜਾਂ ਸਰਕਾਰ ਤੇ ਨਾ ਠਾਓ, ਐਮਐਲਏ ਮੰਤਰੀ ਵੀ ਇਹ ਕੰਮ ਕਰਦੇ ਆ। ਤੇ ਉੱਥੋਂ ਚੁੱਪ ਕਰਕੇ 5 ਦੇ 5 ਐਮਐਲਏ ਜੋ ਅਖਬਾਰਾਂ ਨੇ ਇਹਨਾਂ ਨੂੰ ਦੱਸਿਆ। ਸੋ ਇਹ ਗੱਲ ਸਾਰਾ ਬਿਲਕੁਲ ਜਿਵੇਂ ਨੀਲ ਗਰਗ, ਮੈਂ ਅਸੀਂ ਸਹਿਮਤ ਹਾਂ, ਇਹ ਸਾਰਾ ਕਾਲਾ ਮਾਲ ਹੈ, ਇਹ ਸਾਰਾ ਲੀਪਾ ਪੋਤੀ ਹੈ, ਇੱਕ ਦੂਜੇ ਸਭ ਇਹ ਖਾਣ ਪੀਣ ਦੇ ਚੱਕਰ ਹੈ। ਟਾਈਮ ਥੋੜਾ ਰਹਿ ਗਿਆ, 1.5 ਸਾਲ ਪਾਲਿਸੀਆਂ ਉਹ ਬਣਾਓਗੇ, ਅਗਲੇ ਕਹਿੰਦੇ ਸਾਨੂੰ ਹੋਰ ਵੀ ਵੱਧ ਮਿਲੇ। ਸਰਕਾਰ ਦਾ ਕਿਸੇ ਨੂੰ ਫਿਕਰ ਨਹੀਂ। ਸਰਕਾਰ ਦੇ ਖਜ਼ਾਨੇ ਦੀਆਂ ਗੱਲਾਂ ਜ਼ਰੂਰ ਹੁੰਦੀਆਂ, ਪਰ ਫਿਕਰ ਨਹੀਂ ਕਿ ਖਜ਼ਾਨੇ 'ਚ ਪੈਸਾ ਜਾਣਾ ਚਾਹੀਦਾ। ਸਾਡੀਆਂ ਜੇਬਾਂ 'ਚ ਆਵੇ। 1.5 ਸਾਲ ਰਹਿ ਗਿਆ, ਪਤਾ ਹੈਗਾ ਸਰਕਾਰ ਆਣੀ ਨਹੀਂ। ਹੁਣ ਕੈਪਟਨ ਅਮਰਿੰਦਰ ਦਾ ਸੀਐਮਓ ਚਾਹੁੰਦਾ ਸਾਡੇ ਕੋਲ ਵੱਧ ਆਣ, ਐਮਐਲਏ ਮੰਤਰੀ ਕਹਿੰਦੇ ਸਾਡੇ ਕੋਲ ਆਣ। ਰੋਲਾ ਇਹ ਵੰਡਣ ਦਾ, ਹੋਰ ਕੋਈ ਰੋਲਾ ਨਹੀਂ। ਨਾ ਲੋਕਾਂ ਦੀ ਫਿਕਰ ਹੈ। ਚਲੋ ਦੀਪਾ ਜੀ, ਤੁਹਾਡਾ ਵੀ ਪੁਆਇੰਟ ਆ ਗਿਆ, ਤੁਸੀਂ ਆਪਣੀ ਸਾਰੀ ਗੱਲ ਕਹਿ ਲਈ ਹੈ ਜੀ। ਦੀਪਾ ਜੀ ਸਾਰੀ ਗੱਲ ਆ ਗਈ ਤੁਹਾਡੇ ਇਹਨਾਂ ਸ਼ਬਦਾਂ ਦੇ ਨਾਲ। ਥੈਂਕ ਯੂ ਵੈਰੀ ਮਚ। ਸੰਧੂ ਸਾਹਿਬ ਤੁਸੀਂ ਜਵਾਬ ਦੇਣਾ ਚਾਹੁੰਦੇ ਸੀ, ਪਰ ਨੀਲ ਗਰਗ ਜੀ ਵੀ ਇੰਤਜ਼ਾਰ ਕਰ ਰਿਹਾ ਹੈ। ਕਹਿਣ ਲਈ ਸੰਧੂ ਸਾਹਿਬ ਤੁਸੀਂ ਪਹਿਲਾਂ ਆਪਣੀ ਗੱਲ ਕਹਿ ਰਹੇ ਹੋ, ਫਿਰ ਨੀਲ ਗਰਗ ਜੀ ਤੋਂ ਲੈਣੇ ਆ ਜਵਾਬ। ਉਹ ਫਿਰ ਆਪਦੇ ਆਪ ਨੂੰ ਮਹਿਸੂਸ ਕਰਦਾ ਵੀ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਥਾਂ ਤੇ ਬੈਠਾ, ਤੇ ਜੋ ਮੇਰੇ ਮਨ ਦੇ ਵਿੱਚ ਅਸੀਂ ਕੀਤਾ ਸੀਗਾ ਉਹ ਫਿਰ ਅਸੀਂ ਐਂ ਕੀਤਾ ਸੀ, ਇਹ ਵੀ ਐਂ ਕਰਦੇ ਹੋਣੇ ਆ। ਸੋ ਇਹ ਗੱਲਾਂ ਜਿਹੜੀਆਂ ਮੁੱਖ ਮੰਤਰੀ ਨੇ ਕੀ ਸੋਚ ਫੈਸਲਾ ਕੀਤਾ ਔਰ ਕਿਹੜੇ ਪਾਸਿਓਂ ਕੀ ਹੋ ਰਿਹਾ, ਪੈਸੇ ਜਾ ਰਹੇ ਆ ਨਹੀਂ ਹੋਣੇ, ਅੱਗੇ ਇਲੈਕਸ਼ਨ ਲੜਨੀ, ਇਹ ਅਟਕਲਾਂ ਨੇ। ਫੈਕਟ ਆਫ ਦੀ ਮੈਟਰ ਇਹ ਹੈ ਕਿ ਸਾਡਾ ਰੈਵਨਿਊ ਜਿਹੜਾ ਉਹ ਘਟ ਰਿਹਾ ਹੈ ਐਕਸਾਈਜ਼ ਦਾ, ਔਰ ਇਹ ਇਸ ਕਰਕੇ ਚਿੰਤਤ ਹੈ ਸਾਰੀ ਦੁਨੀਆ, ਸਣੇ ਐਮਐਲਏ, ਸਣੇ ਲੋਕ। ਔਰ ਇਹਦੇ 'ਚ ਕਾਰਪੋਰੇਸ਼ਨ, ਲਿਕਰ ਕਾਰਪੋਰੇਸ਼ਨ ਜਿਹੜੀ ਹੈ ਤੁਹਾਡੀ ਐਕਸਾਈਜ਼ ਦੀ ਕਾਰਪੋਰੇਸ਼ਨ ਬਣਨੀ ਜ਼ਰੂਰੀ ਹੈ, ਜਿਹਦੇ ਵਿੱਚ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਵੰਡੀਆਂ ਜਾ ਸਕਦੀਆਂ। ਜਿਵੇਂ ਅਸੀਂ ਡਾਕਟਰ ਜਿਹੜੇ ਆ ਪਹਿਲਾਂ ਅਮਲੀਆਂ ਨੂੰ ਫੀਮ ਵੰਡਦੇ ਹੁੰਦੇ ਸੀਗੇ ਕਾਰਡ ਦੇ ਉੱਤੇ। ਸੋ ਇਹ ਸੋਲਿਊਸ਼ਨਸ ਹੈਗੀਆਂ। ਉਹ ਸੋਲਿਊਸ਼ਨਸ ਕਿਉਂ ਨਹੀਂ ਵਿਚਾਰੀਆਂ ਜਾ ਰਹੀਆਂ? ਇੱਕ ਮੰਤਰੀ ਛੱਡ ਕੇ ਉਹ ਚੁੱਪ ਕਰਕੇ ਬੈਠਾ, ਆਪਦਾ ਐਮਐਲਏ ਬਣ ਕੇ ਆਪਦੇ ਹਲਕੇ 'ਚ ਕੰਮ ਕਰੀ ਜਾਂਦਾ ਇਸ ਇਸ਼ੂ ਤੇ। ਔਰ ਉਹਦੇ ਤੇ ਬਾਕੀਆਂ 'ਚ ਫਰਕ ਇਹ ਆ ਵੀ ਉਹਨੂੰ ਗਰਜ਼ ਕੋਈ ਨਹੀਂ। ਉਹ ਪਹਿਲਾਂ ਐਮਪੀਸ਼ਿਪ ਛੱਡ ਕੇ ਆਇਆ, ਐਡੀ ਵੱਡੀ ਪਾਰਟੀ, ਕਿੱਡਾ ਵੱਡਾ ਉਹਦਾ ਫੇਸ ਸੀਗਾ, ਉਹ ਛੱਡ ਕੇ ਆਇਆ। ਤੇ ਇੱਥੇ ਇਹਨਾਂ ਦੇ ਨਿੱਕੇ ਨਿੱਕੇ ਕੀ ਮਸਲੇ ਮੇਰੀ ਸਮਝ ਤੋਂ ਬਾਹਰ ਆ, ਪਰ ਨੁਕਸਾਨ, ਡਾਕਟਰ ਸੰਧੂ ਤੁਸੀਂ ਨੁਕਸਾਨ ਜਿਹੜਾ ਹੋ ਰਿਹਾ ਹੈ, ਡਾਕਟਰ ਸੰਧੂ ਨੁਕਸਾਨ ਗੱਲ ਜਿੱਦਾਂ ਨਵਜੋਤ ਸਿੱਧੂ ਦੀ ਗੱਲ ਕਰਦੇ ਹਾਂ। ਹਾਂਜੀ ਜੀ ਚਲੋ ਇਸ ਮੁੱਦੇ ਤੇ ਆਪਾਂ ਜਵਾਬ ਲੈਣੇ ਆ। ਦੀਪਾ ਜੀ, ਗਰਗ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਗਰਗ ਸਾਹਿਬ, ਲੈ ਲਓ ਮੰਤਰੀ ਕੈਪਟਨ ਅਮਰਿੰਦਰ ਦੀ ਉਹਨਾਂ ਨੇ
ਗਰਗ ਸਾਹਿਬ ਮੇਰਾ ਸਵਾਲ ਪਲੀਜ਼ ਲੈ ਲਿਓ ਕਿ ਮੁੱਖ ਹਾਂ, ਮੰਤਰੀ ਹਾਂ, ਕੈਪਟਨ please। ਅਮਰਿੰਦਰ ਨੇ ਅਗਲੀ ਵਾਰ ਆਉਣਾ ਜਾਂ ਨਹੀਂ ਆਉਣਾ, ਕੁਝ ਮੁੱਦਿਆਂ ਤੇ ਉਹਨਾਂ ਦੀ ਆਪਣੀ ਪਰਿਵਾਰਕ ਜਾਂ ਕਾਂਗਰਸ ਦੀ ਜ਼ਿੰਮੇਵਾਰੀ ਹੋਏਗੀ, ਪਰ ਇਸ ਵੇਲੇ ਉਹ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਮੁੱਖ ਮੰਤਰੀ ਹੈ। ਜਦੋਂ ਇਹ ਮਾਮਲਾ ਉੱਠ ਰਿਹਾ ਬਿਊਰੋਕ੍ਰੇਸੀ ਦਾ, ਆਬਕਾਰੀ ਦਾ, ਮੁੱਖ ਮੰਤਰੀ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ। ਬਿਲਕੁਲ ਸਿੱਧੂ ਸਾਹਿਬ, ਮੈਂ ਤੁਹਾਡੇ ਗੱਲ ਦਾ ਜਵਾਬ ਦਿੰਦਾ। ਪਹਿਲਾਂ ਮੈਂ ਦੀਪਾ ਸਾਹਿਬ ਦੀ ਗੱਲ ਦਾ ਇੱਕ ਜਵਾਬ ਦੇ ਦਿਆਂ। ਵੈਸੇ ਉਹ ਮੁੱਦਾ ਅੱਜ ਬਹਿਸ ਦਾ ਹੈ ਨਹੀਂ ਸੀ। ਮੁੱਦਾ ਬਹਿਸ ਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਮੌਜੂਦਾ ਜਿਹੜਾ ਰਾਜਨੀਤਿਕ ਤੇ ਯਾਨੀ ਕਿ ਬਿਊਰੋਕਰੇਟ ਦਾ ਜਿਹੜਾ ਸੰਕਟ ਹੈਗਾ ਉਹ ਮੁੱਦਾ ਹੈਗਾ। ਇਹਨਾਂ ਨੇ ਦਿੱਲੀ ਦੀ ਗੱਲ ਕੀਤੀ ਹੈ, ਸ਼ਾਇਦ ਭੁੱਲ ਜਾਂਦੇ ਨੇ ਜਦੋਂ ਅਸੀਂ ਸਰਕਾਰ ਸੰਭਾਲੀ ਸੀ ਉਦੋਂ 30,000 ਕਰੋੜ ਦਾ ਬਜਟ ਸੀ, ਅੱਜ ਉਹ 60,000 ਕਰੋੜ ਦਾ ਬਜਟ ਹੈ 5 ਸਾਲਾਂ ਦੇ ਵਿੱਚ, ਔਰ ਬਿਨਾਂ ਕੋਈ ਨਵਾਂ ਟੈਕਸ ਲਾਇਆ ਔਰ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ। ਜਿਸ ਦਿਨ ਤੁਸੀਂ ਦਿੱਲੀ ਦੀ ਡਿਬੇਟ ਰੱਖੀ ਸੈਪਰੇਟ ਰੱਖ ਲੈਣਾ, ਆਪਾਂ ਇਹਨਾਂ ਨਾਲ ਡਿਸਕਸ਼ਨ ਕਰ ਲਾਂਗੇ। ਅਸੀਂ ਗੱਲ ਕਰ ਰਹੇ ਹਾਂ ਇਸ ਮੌਜੂਦਾ ਸੰਕਟ ਦੀ। ਅੱਜ ਅਸੀਂ ਗੱਲ ਅਸੀਂ ਗੱਲ ਕਰ ਰਹੇ ਹਾਂ ਮੌਜੂਦਾ ਉਸ ਦੇ ਵਿੱਚ ਅਸੀਂ ਇੱਕ ਆਰਟੀਆਈ ਪਾਈ, ਸਾਡੇ ਕੋਲ 300 ਪੇਜਾਂ ਦੀ ਆਰਟੀ ਦਾ ਜਵਾਬ ਆਇਆ। ਉਹਦੇ ਵਿੱਚ ਜਿਹੜਾ ਹੈਗਾ 2100 ਤੇ 16 ਜਿਹੜੇ FIR ਉਹ ਕੱਟੇ ਗਏ ਔਰ 1,56,000 ਪੇਟੀਆਂ ਜਿਹੜੀਆਂ ਦਾਰੂ ਦੀਆਂ ਉਹ ਫੜੀਆਂ ਗਈਆਂ। ਹੁਣ ਜਿਹੜੇ 2116 FIR ਸੀ ਉਹ 2116 FIR ਇਕੱਲੇ ਕਾਂਗਰਸੀਆਂ ਦੀ ਤਾਂ ਹੈ ਨਹੀਂ ਸੀ, ਉਹਦੇ ਵਿੱਚ ਤਾਂ ਇਹਨਾਂ ਦੇ ਸਾਬਕਾ ਮੰਤਰੀ MLA ਅਕਾਲੀ ਦਲ ਦੇ ਜਿਨ੍ਹਾਂ ਦੀਆਂ ਆਪਣੇ ਡਿਸਟਿਲਰੀਆਂ ਹੈਗੀਆਂ, ਉਹਨਾਂ ਦੀ ਡਿਸਟਿਲਰੀਆਂ ਦਾ ਵੀ ਨਾਂ ਆਉਂਦਾ ਹੈਗਾ। ਔਰ ਪਿਛਲੇ ਦਿਨੀ ਜਦੋਂ ਰਾਜਪੁਰੇ ਦੀ ਫੈਕਟਰੀ ਫੜਨ ਦੀ ਗੱਲ ਕਰਦੇ ਆ, ਉਸ ਤੋਂ ਅਗਲੇ ਦਿਨ ਹੀ ਜਿਹੜਾ ਹੈਗਾ ਅਕਾਲੀਆਂ ਦੇ ਇੱਕ ਲੀਡਰ ਦਾ ਨਾਂ ਆਉਂਦਾ, ਉਹਦੇ ਕੋਲ ਵੀ ਡਰਮਾਂ ਦੇ ਡਰਮ ਜਿਹੜੀ ਉਹ ਸ਼ਰਾਬ ਫੜੀ ਜਾਂਦੀ ਹੈਗੀ ਹੈ। ਤੋ ਇਸ ਕਰਕੇ ਕਹਿਣਾ ਵੀ ਇਹ ਜਿਹੜੇ ਹੈਗੇ ਦੀਪਾ ਸਾਹਿਬ ਹੋਣੀ ਇਹ ਗੱਲ ਨਾ ਕਰਨ ਤਾਂ ਜ਼ਿਆਦਾ ਵਧੀਆ ਲੱਗਦਾ ਹੈਗਾ। ਗਰਗ ਸਾਹਿਬ ਮੇਰੀ ਗੱਲ ਸੁਣਿਓ, ਗਰਗ ਸਾਹਿਬ ਮੇਰਾ ਸ਼ਬਦ ਸੁਣਿਓ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਤੁਹਾਡੀ ਗੱਲ 'ਚ ਵਾਧਾ ਹੀ ਕਰਨਾ। ਮੈਂ ਕਿਹਾ ਉਹਦਾ ਨਾਲ ਵੀ ਜਵਾਬ ਦੇ ਦਿਓ। ਤੁਹਾਡੇ ਪੁਰਾਣੇ ਸਾਥੀ ਰਹੇ ਆ ਸੁਖਪਾਲ ਖਹਿਰਾ, ਉਹਨਾਂ ਨੇ ਵੀ ਕੱਲ ਜਲੰਧਰ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਹੈ ਕਿ ਇੱਕ ਸਾਬਕਾ ਕੈਬਨਿਟ ਮੰਤਰੀ ਉਹਦੀ ਡਿਸਟਿਲਰੀ ਦੀਆਂ ਜਿਹੜੀਆਂ ਹੈਗੀਆਂ ਪੇਟੀਆਂ ਜਾਂਦੀਆਂ ਰਹੀਆਂ ਇਸ ਲਾਕਡਾਊਨ ਦੇ ਦੌਰਾਨ, ਇਦਾਂ ਦੇ ਐਲੀਗੇਸ਼ਨ ਲੱਗ ਰਹੇ ਆ। ਦੇਖੋ ਜੇ ਉਹਨਾਂ ਨੇ ਲਗਾਏ ਹੈ ਉਹ ਜਾਣ ਸਕਦੇ, ਪਰ ਮੈਂ ਤਾਂ ਉਹੀ ਗੱਲ ਕਹਿ ਰਿਹਾ ਵਾਂ, ਇਹ ਜਿਹੜਾ ਇਸ ਤਰ੍ਹਾਂ ਦਾ ਗੋਰਖ ਧੰਦਾ ਹੈਗਾ ਰਾਜਨੀਤਿਕ ਪੁਸ਼ਤ ਪਨਾਹੀ ਤੋਂ ਬਿਨਾਂ ਇਹ ਜਿਹੜਾ ਨਹੀਂ ਚੱਲ ਸਕਦਾ। ਹੁਣ ਤੁਸੀਂ ਇਹ ਚੀਜ਼ ਦੇ ਵਿੱਚ ਦੇਖੋਗੇ ਜਿਹੜੀ ਦਾਰੂ ਦੀਆਂ ਜਿਹੜੀ ਹੈਗੀ ਹੈ ਉਹ ਫੈਕਟਰੀਆਂ ਜਿਹੜੀਆਂ ਓਰੀਜਨਲ ਫੈਕਟਰੀਆਂ ਨੇ ਉਹ ਨਕਲੀ ਫੈਕਟਰੀਆਂ ਦੀ ਅੱਜ ਤੱਕ ਕਿਸੇ ਨੇ ਸ਼ਿਕਾਇਤ ਕੀਤੀ ਹੈ ਕਿ ਨਕਲੀ ਫੈਕਟਰੀਆਂ 'ਚ ਦਾਰੂ ਬਣਨ ਦੇ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ, ਨਕਲੀ ਬ੍ਰਾਂਡ ਬਣਨ ਦੇ ਉਹ ਕਦੇ ਨਹੀਂ ਕਰਦੇ। ਔਰ ਦਾਰੂ ਬਣਾਉਣ ਦੇ ਵਿੱਚ ਜਿਹੜਾ ਬਲੈਂਡ ਕਰਨ ਦੇ ਵਿੱਚ ਕੈਰੋਮਲ ਯੂਜ਼ ਹੁੰਦਾ ਉਹ ਓਪਨ ਮਾਰਕੀਟ 'ਚ ਮਿਲਦਾ ਹੀ ਨਹੀਂ, ਉਹ ਸਪਲਾਈ ਸਿਰਫ ਡਿਸਟਿਲਰੀ ਨੂੰ ਹੁੰਦਾ ਹੈਗਾ, ਉਹਦੇ ਉੱਤੇ ਕੋਡਿੰਗ ਲੱਗੀ ਹੁੰਦੀ ਹੈ, ਉਹ ਜਦੋਂ ਮਰਜ਼ੀ ਫੜ ਕੇ ਜਦੋਂ ਮਰਜ਼ੀ ਪਤਾ ਕੀਤਾ ਜਾ ਸਕਦਾ ਉਹ ਕਿਹੜੀ ਡਿਸਟਿਲਰੀ ਦਾ ਹੈਗਾ ਸੀ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਇਹ ਸਾਰਾ ਗੋਰਖ ਧੰਦਾ ਹੈਗਾ। ਜੇ ਅੱਜ ਦੀਪਾ ਸਾਹਿਬ ਕਹਿੰਦੇ ਇਹਨਾਂ ਦੇ ਹੁੰਦੇ 12.8% ਦੀ ਵਡੋਤਰੀ ਹੁੰਦੀ ਸੀ, ਅਰੇ ਯਾਰ ਕੀ ਗੱਲ ਕਰ ਰਹੇ ਹੋ। ਅਸੀਂ ਕਹਿ ਰਹੇ ਹਾਂ ਜਿੱਥੋਂ ਤੁਸੀਂ 6000 ਕਰੋੜ ਲੈ ਕੇ ਆਉਂਦੇ ਸੀ, ਪੂਰੀ ਦੁਨੀਆ ਕਹਿ ਰਹੀ ਹੈ, ਡਾਕਟਰ ਸੰਧੂ ਵਿੱਚ ਇਹਨੂੰ ਇੰਡੋਰਸ ਕਰ ਰਹੇ ਨੇ ਕਿ ਕਾਰਪੋਰੇਸ਼ਨ ਬਣਨੀ ਚਾਹੀਦੀ ਹੈ, ਔਰ ਵੱਡੇ ਵੱਡੇ ਮਾਹਰ ਕਹਿ ਰਹੇ ਨੇ ਕਿ ਸਾਨੂੰ 18 ਤੋਂ 20,000 ਕਰੋੜ ਰੁਪਇਆ ਜਿਹੜਾ ਹੈਗਾ ਸ਼ਰਾਬ ਦੀ ਆਬਕਾਰੀ ਨੀਤੀ ਜੇ ਅਸੀਂ ਕਾਰਪੋਰੇਸ਼ਨ ਬਣਾ ਲੈਂਦੇ ਆ ਉੱਥੋਂ ਆ ਜਾਊਗਾ। ਤਾਂ ਇਹਦਾ ਮਤਲਬ ਜੇ ਮੈਂ ਤੁਹਾਡੀ ਗੱਲ ਵੀ ਸੱਚ ਮੰਨ ਲਵਾਂ ਕਿ ਤੁਸੀਂ 6000 ਕਰੋੜ ਲੈ ਕੇ ਆਉਂਦੇ ਸੀ ਤਾਂ 12,000 ਕਰੋੜ ਦਾ ਤੁਸੀਂ ਤੁਹਾਡੇ ਵੇਲੇ ਵੀ ਤਾਂ ਮਾਫੀਆ ਖਾਂਦਾ ਸੀ ਨਾ। ਤੋ ਇਸ ਕਰਕੇ ਇਹ ਤਾਂ ਉਹ ਗੱਲ ਹੋ ਗਈ ਕਿ ਤਾਲਿਬਾਨ ਸ਼ਾਂਤੀ ਦੀ ਗੱਲ ਕਰੇ ਉਹਦੇ ਮੂੰਹ ਫੱਬਦਾ ਨਹੀਂ ਹੈਗਾ। ਅੱਜ ਤੋਂ 13 ਸਾਲ ਪਹਿਲਾਂ ਪੰਜਾਬ ਦੇ ਕਿਸੇ ਨੇ ਮਾਫੀਆ ਦਾ ਨਾਂ ਸੁਣੇ ਸੀ? ਮਾਫੀਆ ਦਾ ਨਾਂ ਕਿਸੇ ਨੇ ਸੁਣਿਆ ਸੀ ਅੱਜ ਤੋਂ 13 ਸਾਲ ਪਹਿਲਾਂ? ਇਹ ਅਕਾਲੀ ਦਲ ਦੀ ਦੇਣ ਹੈ, ਅਕਾਲੀ ਦਲ ਦੀ ਪੈਦਾਇਸ਼ ਹੈਗੀ ਹੈ। ਕਾਂਗਰਸ ਨੇ ਉਹ ਅੱਗੇ ਟੇਕ ਓਵਰ ਕਰ ਲਿਆ, ਉਹ ਮਾਫੀਆ ਦੀ ਜਿਹੜੀ ਸਪੀਡ ਵਧਾਤੀ। ਇੰਨੀ ਕੋ ਗੱਲ ਹੈਗੀ ਹੈ ਕਿ ਜਦੋਂ ਤੱਕ ਤੁਸੀਂ ਇਹ ਮਾਫੀਆ ਦਾ ਜਿਹੜੀ ਕਿ ਪੁਸ਼ਤ ਪਨਾਹੀ ਬੰਦ ਨਹੀਂ ਕਰਦੇ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਪੰਜਾਬ ਤੁਹਾਡੇ ਏਜੰਡੇ 'ਚ ਮਾਫੀਆ ਤੁਹਾਡੇ ਏਜੰਡੇ 'ਚ ਹੈ। ਤੁਹਾਡਾ ਜਵਾਬ ਲੈਣੇ ਆਪਾਂ ਦੀਪਾ ਜੀ, ਆਪਾਂ ਜਵਾਬ ਲੈਣੇ ਆ। ਡਾਕਟਰ ਸੰਧੂ ਕੁਝ ਕਹਿਣਾ ਚਾਹੁੰਦੇ ਸੀ। ਡਾਕਟਰ ਸੰਧੂ ਉਸ ਤੋਂ ਬਾਅਦ ਦੀਪਾ ਜੀ ਇੰਤਜ਼ਾਰ ਕਰ ਰਹੇ ਆ। ਨਹੀਂ ਜੋ ਇਹ ਗੱਲਾਂ ਕਰ ਰਹੇ ਨਾ ਜੀ ਕਿ ਜਿਵੇਂ ਨੀਲ ਗਰਗ ਕਹਿੰਦੇ ਆ ਵੀ ਉਹ ਜਿਹੜੀ ਸਾਰੀ ਜਾਂਦੀ ਹੈ ਸਭ ਮੋਹਰਾਂ ਲੱਗੀਆਂ ਹੁੰਦੀਆਂ ਕੋਡਡ ਹੁੰਦੀਆਂ, ਇਹ ਤਾਂ ਅੱਜ ਦੀਆਂ ਥੋੜੋ ਹੈ, ਇਹ ਤਾਂ ਕੋਡਡ ਜਾਂਦੀਆਂ ਹੀ ਆ। ਦੀਪਾ ਜੀ ਇੱਕ ਮਿੰਟ ਮੈਂ ਤੁਹਾਨੂੰ ਮੈਂ ਛੱਡ ਦੂੰਗਾ। ਇੱਕ ਮਿੰਟ ਦੀਪਾ ਜੀ ਮੈਂ ਤੁਹਾਨੂੰ ਦੇ ਦੂੰਗਾ ਟਾਈਮ, ਮੈਨੂੰ ਇੱਕ ਮਿੰਟ ਬੋਲ ਲੈਣ ਦਿਓ ਪਲੀਜ਼। ਥੈਂਕ ਯੂ। ਗੱਲ ਸਿਰਫ ਇੰਨੀ ਹੈ ਜੀ ਕਿ ਆਪਣੀ ਗੱਲ ਮੁਕੰਮਲ ਕਰ ਲਓ। ਓਕੇ ਜੀ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਉਹ ਆਏ ਹੁੰਦਾ ਇਹ ਜਿਹੜੇ ਬੰਦੇ ਬੇਈਮਾਨੀ ਕਰਦੇ ਆ ਉਹ ਤੁਹਾਡੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਤੇ ਜਾਣੂ ਹੁੰਦੇ ਆ, ਠੀਕ ਹੈ ਜੀ। ਇਹ ਕੋਈ ਡਿਨਾਈ ਨਹੀਂ ਕਰ ਸਕਦਾਗਾ ਵੀ ਦਿੱਲੀ ਦੇ ਵਿੱਚ ਵੀ ਰੱਜ ਕੇ ਬੇਈਮਾਨੀ ਹੋਈ ਹੈ ਐਕਸਾਈਜ਼ 'ਚ,
ਠੀਕ ਹੈ ਜੀ। ਇਹਨਾਂ ਨੇ ਸਭ ਤੋਂ ਪਹਿਲਾਂ ਕੇਜਰੀਵਾਲ ਨੇ ਠੇਕੇ ਖੋਲ੍ਹੇ ਸੀ ਤੇ ਉੱਥੇ ਮਾਰੋ ਮਾਰ ਹੋ ਗਈ ਸੀ, ਇੱਕ ਦੂਜੇ ਦੇ ਉੱਤੇ ਚੜ੍ਹ ਕੇ, ਜਿਵੇਂ ਸਿਨੇਮਾ ਕਿਸੇ ਦੀ ਪੈਲਟ ਲੈ ਗਈ, ਕਿਸੇ ਦੀ ਧੋਤੀ ਲੈ ਗਈ, ਔਰ ਠੇਕੇ ਬੰਦ ਕਰਨੇ ਪੈ ਗਏ ਸੀਗੇ। ਸੋ ਆਪਾਂ ਇਸ ਗੱਲ ਦੇ ਡਾਕਟਰ ਸੰਧੂ ਉਹ ਕਹਿੰਦੇ ਆ, ਡਾਕਟਰ ਲੋਕ ਸੰਧੂ ਉਹ ਪੱਖੀ ਹੋ ਕਹਿੰਦੇ ਆ, ਉਹ ਕਹਿੰਦੇ ਆ ਕਿ ਦਿੱਲੀ 'ਚ ਹੋਮ ਡਿਲੀਵਰੀ ਨਹੀਂ ਸੀ ਜਿਵੇਂ ਪੰਜਾਬ 'ਚ ਹੋਮ ਡਿਲੀਵਰੀ ਹੋ ਗਈ ਲੋਕਡਾਊਨ ਦੇ ਦੌਰਾਨ। ਜਗਤਾਰ ਜੀ ਇਹ ਕਹਿੰਦੀ ਆਮ ਆਦਮੀ ਇਹ ਪਾਰਟੀ ਗੱਲਾਂ ਜਿਹੜੀਆਂ, ਸੁਣ ਲਓ ਮੇਰੀ ਗੱਲ, ਮੇਰੀ ਆਦਤ ਹੈ ਹੋਰ, ਇਹ ਗੱਲਾਂ ਜਿਹੜੀਆਂ ਇੱਕ ਇਲਜ਼ਾਮ ਤਰਾਸ਼ੀ ਦੀਆਂ ਗੱਲਾਂ ਨੇ। ਗੱਲ ਤਾਂ ਮਸਲਾ ਹੱਲ ਕਰਨ ਦੀ ਹੈ, ਗੱਲ ਤਾਂ ਲੋਕਾਂ ਨੂੰ ਉਹਨਾਂ ਦੀ ਮਿਲਣ ਵਾਲੀ ਹੱਕ ਦੀ ਜਿਹੜੀ ਚੀਜ਼ ਹੈ ਉਹ ਕਿਵੇਂ ਮਿਲੂਗੀ, ਉਹ ਰੈਵਨਿਊ ਪੰਜਾਬ ਦਾ ਕਿਵੇਂ ਉੱਪਰ ਹੋਊਗਾ। ਗੱਲਾਂ ਕਰਦੀਆਂ, ਇਲਜ਼ਾਮ ਲਾ ਦਿਓ, ਕੋਈ ਗੱਲ ਨਹੀਂ, ਕੀ ਫਰਕ ਪੈਂਦਾ, 2 ਪਈਆਂ ਵਿਸਰ ਗਈਆਂ, ਸਦਕੇ ਮੇਰੀ ਢੂਈ ਦੇ ਅਕਾਲੀ ਤੁਹਾਡੇ ਸਾਹਮਣੇ ਹੀ ਬੈਠੇ ਆ, ਲੋਕਾਂ ਨੇ ਇਹਨਾਂ ਨੂੰ 18 ਸੀਟਾਂ ਤੇ ਲਿਆਤਾ, ਡੱਕਾ ਦਵਾਲ ਨੇ। ਚਲੋ ਆਪਾਂ ਦੀਪਾ ਜੀ ਤੋਂ ਜਵਾਬ ਲੈਣੇ ਆ। ਸੰਧੂ ਸਾਹਿਬ ਨਹੀਂ 1 ਸਕਿੰਟ 30 ਸਕਿੰਟ ਦੇ ਦਿਓ ਦੀਪਾ ਜੀ ਤੋਂ ਜਵਾਬ ਲੈਣੇ ਆ। 30 ਸਕਿੰਟ ਦੇ ਦਿਓ ਪਲੀਜ਼। ਓਕੇ ਉਹ ਇੱਕ ਡਾਕੂ ਨੇ ਓਕੇ ਡਾਕਾ ਸਰ, ਮਾਰਿਆ ਓਕੇ, ਬੈਂਕ ਦੇ ਵਿੱਚ, ਡਾਕੂ ਨੇ ਡਾਕਾ ਮਾਰਿਆ ਬੈਂਕ ਦੇ ਵਿੱਚ, ਤੇ ਉਹਦਾ ਇੱਕ ਸਾਥੀ ਕਹਿੰਦਾ ਬੈਂਕ ਮੈਨੇਜਰ ਆਪਾਂ ਨੂੰ ਪਛਾਣ ਲੂਗਾ, ਉਹਨੂੰ ਗੋਲੀ ਮਾਰ ਦਈਏ। ਉਹ ਕਹਿੰਦਾ ਬਾਲ ਬੱਚਿਆਂ ਵਾਲਾ, ਚਾਬੀ ਦੇਤੀ ਖਜ਼ਾਨੇ ਦੀ, ਸਾਰਾ ਆਪਾਂ ਨੂੰ ਮਾਲ ਚਕਾਤਾ, ਇਹਨੂੰ ਛੱਡ ਦੇ। ਜਾ ਕੇ ਪੈਸੇ ਗਣਨ ਲੱਗੇ, ਕਦੇ 3 ਕਰੋੜ ਨਿਕਲੇ, ਕਦੇ 5 ਨਿਕਲੇ, ਕਦੇ 2 ਕਰੋੜ 2.5 ਕਰੋੜ। ਕਹਿੰਦਾ ਸੌਂ ਜਾਓ, ਸਵੇਰੇ ਅਖਬਾਰ 'ਚ ਆਪੇ ਆ ਜਾਊਗਾ। ਉਹ ਅਗਲੇ ਦਿਨ ਅਖਬਾਰ 'ਚ ਆਇਆ ਵੀ 8-9 ਕਰੋੜ ਰੁਪਈਏ ਦਾ ਡਾਕਾ ਪੈ ਗਿਆ ਬੈਂਕ 'ਚ। ਡਾਕੂ ਨੇ ਫੋਨ ਕੀਤਾ ਮੈਨੇਜਰ ਨੂੰ ਕਿ ਸਾਲਿਆ ਰੁਪਈਏ ਤਾਂ 3 ਕਰੋੜ ਲੁੱਟਿਆ, ਤੂੰ 9 ਕਰੋੜ ਪਈ ਜਾਂਦਾ। ਉਹ ਕਹਿੰਦਾ ਗੱਲ ਇਹ ਆ, ਇਹ ਤੁਹਾਡੇ ਡਾਕੇ ਜੀ 6 ਅਸੀਂ ਕੱਢ ਲਏ ਤੇ ਇਹ ਪੂਰਾ ਹੋ ਜਾਊਗਾ, ਕੋਈ ਨਹੀਂ 9 ਹੀ ਚੱਲਣ ਦਿਓ। ਤੇ ਇਹ ਆ ਜਿਹੜੀਆਂ ਗੱਲਾਂ ਚੱਲ ਰਹੀਆਂ ਨਾ, ਇਹ ਕਿ ਤੁਸੀਂ ਕੀਤਾ, ਅਸੀਂ ਕੀਤਾ, ਉਹ ਕੀਤਾ, ਲੁੱਟਿਆ ਤਾਂ ਲੋਕਾਂ ਨੂੰ ਗਿਆ ਹੈ। ਚਾਹੇ ਮੌਜੂਦਾ ਸਰਕਾਰ ਦੇ ਵਿੱਚ ਕੋਈ ਬਲੈਕ ਸ਼ੀਪ ਬੈਠੀ ਹੈ, ਚਾਹੇ ਪੁਰਾਣੀ ਸਰਕਾਰ 'ਚ ਕੋਈ ਬੈਠੀ ਹੈ ਬਲੈਕ ਸ਼ੀਪ, ਲੇਕਿਨ ਇਹ ਜਿਹੜੇ ਮਰੇ ਜ਼ਮੀਰ ਵਾਲੇ ਪੋਲੀਟੀਸ਼ੀਅਨ ਹੈ, ਇਹਨਾਂ ਤੋਂ ਖਹਿੜਾ ਛਡਾਉਣਾ ਪਊਗਾ ਲੋਕਾਂ ਨੂੰ 2022 ਦੇ ਵਿੱਚ, ਔਰ ਚੱਜ ਦੇ ਬੰਦੇ ਲਿਆ ਕੇ ਸਰਕਾਰ ਕਿਸੇ ਦੀ ਬਣੇ, ਕੋਈ ਫਰਕ ਨਹੀਂ। ਤੁਹਾਡੇ ਬਹੁਤ ਅਹਿਮ ਕਮੈਂਟਸ ਆ ਤੁਹਾਡੇ, ਥੈਂਕ ਯੂ ਵੈਰੀ ਮਚ। ਦੀਪਾ ਜੀ ਬੋਲਣਾ ਚਾਹੁੰਦੇ ਆ। ਦੀਪਾ ਜੀ, ਇਸ ਮੁੱਦੇ ਤੇ ਅਕਾਲੀ ਦਲ ਤੇ ਵੀ ਸਵਾਲ ਉੱਠ ਰਹੇ ਆ। ਚੱਕ ਲਿਆ, ਮੈਂ ਚੱਕ ਲਿਆ ਜੀ ਦੀਪਾ ਸਾਹਿਬ। ਦੇਖੋ ਸਵਾਲ ਅੱਜ ਤਾਂ ਹੀ ਲੋਕਾਂ ਨੂੰ ਵਿਸ਼ਵਾਸ, ਯੈਸ ਅਕਾਲੀ ਦਲ 'ਚ ਸਭ ਕੁਝ ਠੀਕ ਨਹੀਂ, ਤਾਂ ਹੀ ਐਡਾ ਵੱਡਾ ਬਦਲਾਅ ਆਇਆ। 15 ਸੀਟਾਂ ਕਦੀ ਅਕਾਲੀ ਦਲ ਦੀਆਂ ਬੀਜੇਪੀ ਦੀਆਂ ਨਹੀਂ ਆਈਆਂ ਸੀ, ਇਹਦੇ 'ਚ ਕੋਈ ਦੋ ਸ਼ੱਕ ਨਹੀਂ। ਸਾਨੂੰ ਉਸ ਚੀਜ਼ ਤੋਂ ਸਿੱਖਣਾ ਚਾਹੀਦਾ। ਕਈ ਤਾਂ ਹੁੰਦੀ ਸੱਚਾਈ, ਕਈ ਹੁੰਦੇ ਐਲੀਗੇਸ਼ਨ ਬੜੇ ਲਾਏ। ਇਹਨਾਂ ਦੇ ਨੀਲ ਗਰਗ ਜੀ ਬੈਠੇ ਆ, ਇਹਨਾਂ ਦੇ ਨੇਤਾ ਕੇਜਰੀਵਾਲ ਜੀ ਅੰਮ੍ਰਿਤਸਰ ਆ ਕੇ ਬੜਾ ਵੱਡਾ ਐਲੀਗੇਸ਼ਨ ਲਾ ਕੇ ਗਏ ਕਿ ਅਸੀਂ ਆਏ ਜੀ ਐਸਐਸ ਫਲਾਮ ਮਿਨਿਸਟਰ ਨੂੰ ਜਿੰਦਾ ਨਸ਼ਿਆਂ 'ਚ ਹੱਥ ਹੈ, ਅਸੀਂ ਅੰਦਰ ਕਰਾਂਗੇ, ਅਸੀਂ ਉਹ ਕਰਾਂਗੇ। ਕੀ ਹੋਇਆ? ਮਾਫੀ ਮੰਗ ਕੇ ਪਿੱਛੇ ਹਟੇ ਕਿ ਨਹੀਂ? ਕਰਦੇ ਪ੍ਰੂਫ ਕੋਰਟ ਦੇ ਵਿੱਚ ਕਿ ਯੈਸ ਇਹਨਾਂ ਮੰਤਰੀਆਂ ਦਾ ਹੱਥ ਰਿਹਾ, ਲਵਾਉਂਦੇ ਹੱਥ ਕੜੀਆਂ, ਫਿਰ ਸੀ ਸ਼ਾਬਾਸ਼, ਫਿਰ ਸੀ ਕੇਜਰੀਵਾਲ ਦੀ ਸ਼ਾਬਾਸ਼, ਬੜਾ ਇਮਾਨਦਾਰ ਹੈ, ਜਿਹੜੀ ਗੱਲ ਕਹਿੰਦਾ ਉਹਦੇ ਤੇ ਕੱਢਦਾ ਹੈ। ਫਿਰ ਜੀ ਅਸੀਂ ਬੜੇ ਬਿਜ਼ੀ ਹਾਂ, ਅਸੀਂ ਦਿੱਲੀ, ਚਲੋ ਇਹ ਕਹਿੰਦੇ ਸਾਡੀ ਸਰਕਾਰ ਬੰਦੀ, ਅਸੀਂ ਤਾਂ ਕਰਦੇ। ਤੁਹਾਡੀ ਸਰਕਾਰ ਬਣੀ ਸੀ, ਨਹੀਂ ਲਾਏ ਉੱਥੇ 360 ਪੇਜਾਂ ਦੀ ਚਾਰਜਸ਼ੀਟ ਦੀ ਗੱਲ ਨਹੀਂ ਕੀਤੀ ਕੇਜਰੀਵਾਲ ਨੇ। ਉੱਥੇ ਸਰਕਾਰ ਬਣ ਗਈ ਸੀ ਕਿ ਸ਼ੀਲਾ ਦੀਕਸ਼ਿਤ ਜਿਹੜੀ ਜੋ ਅੱਜ ਹੈ ਨਹੀਂ ਆ, ਉਹਨੇ ਵੀ 15 ਸਾਲ ਬਹੁਤ ਕੰਮ ਕੀਤੇ ਸੀ, ਉਹਨੂੰ ਹੱਥਕੜੀਆਂ ਲਵਾਈਆਂ, ਉਹ ਭੇਜੇ। ਬਿਲਕੁਲ ਕਹਿੰਦਾ ਕਈ ਵਾਰੀ ਬਹਿਸ ਕਰ ਨਾ ਰਾਜਨੀਤੀ ਮਸਲੇ ਤੇ ਆਈਏ ਜੀ। ਆਪਾਂ ਸਮਾਂ ਹੈ ਨਹੀਂ ਦੀਪਾ ਜੀ, ਉਹਨਾਂ ਤੋਂ ਤੰਗ ਹੈ। ਸਥਿਤੀ ਮੈਂ ਇਹਦੇ ਤੇ ਕਮੈਂਟਸ ਲੈਣਾ ਚਾਹਾਂਗਾ। ਬਦਲਣਾ ਹੈ ਇਮਾਨਦਾਰ ਲੋਕਾਂ ਨੂੰ, ਇਹ ਗਲਤ ਹੈ। ਐਜੂਕੇਸ਼ਨ ਸੌਖੇ ਹੈ ਵੀ ਕਰਨੀ ਚਾਹੀਦੀ ਹੈ। ਓਕੇ ਬਹੁਤ ਮਿਹਰਬਾਨੀ। ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਮੈਂ ਆਪਣੇ ਤਿੰਨਾਂ ਮਹਿਮਾਨਾਂ ਦਾ, ਗਰਗ ਸਾਹਿਬ, ਸੰਧੂ ਸਾਹਿਬ, ਦੀਪਾ ਜੀ ਦਾ ਧੰਨਵਾਦੀ ਹਾਂ। ਪੰਜਾਬ ਦੀਆਂ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਬਣੀਆਂ, ਬਿਲਕੁਲ ਜਿੱਥੋਂ ਆਪਾਂ ਕੜੀ ਦਾ ਤੰਦ ਜੋੜਿਆ ਸੀ ਕਿ ਜਿੱਦਾਂ ਨਾਨੀਆਂ ਦਾਦੀਆਂ ਕਹਾਣੀ ਸੁਣਾਉਂਦੀਆਂ, ਇੱਕ ਸੀ ਰਾਜਾ, ਪਰ ਹੁਣ ਆਪਾਂ ਸੱਚ ਦੀ ਕਹਾਣੀ ਦੀ ਗੱਲ ਕਰਦੇ ਹਾਂ। ਪੰਜਾਬ 'ਚ ਇੱਕ ਹੈ ਮਹਾਰਾਜਾ। ਆਉਣ ਵਾਲੇ ਦਿਨਾਂ ਦੇ ਅੰਦਰ ਕੈਬਨਿਟ ਦੇ ਅੰਦਰ ਕਿਹੋ ਜਿਹੇ ਸੱਚ ਦੀ ਕਹਾਣੀ ਸੁਣਾਏਗਾ, ਤੇ ਕੀ ਕੈਬਨਿਟ ਦੇ ਮੰਤਰੀ ਕਹਿਣਗੇ ਕਿ ਅਸੀਂ ਆਪਣੀ ਕਿਸਮਤ ਦਾ ਦਿੱਤਾ ਖਾਂਦੇ ਹਾਂ ਜਾਂ ਮਹਾਰਾਜਾ ਸਾਹਿਬ ਦੀ ਕਿਸਮਤ ਦਾ ਦਿੱਤਾ ਖਾਂਦੇ ਹਾਂ? ਪੰਜਾਬੀ ਕਰਨਗੇ ਇੰਤਜ਼ਾਰ ਦਰਬਾਰ ਦੇ ਵਿੱਚ ਕੀ ਕੁਝ ਵਾਪਰਦਾ ਹੈ। ਇਹਨਾਂ ਮੁੱਦਿਆਂ ਤੇ ਚਰਚਾ ਚਾਉਣ ਦੇ ਲਈ ਇੱਕ ਵਾਰ ਮੈਂ ਮੋੜ ਆਪਣੇ ਮਹਿਮਾਨਾਂ ਦਾ ਸਾਰਿਆਂ ਵੱਲੋਂ ਧੰਨਵਾਦੀ ਹਾਂ। ਉਹ ਦਰਸ਼ਕਾਂ ਦੇ ਲਈ ਸੁਨੇਹਾ ਹੈ ਜੀ, ਆਪਾਂ ਕੱਲ ਕਿਸੇ ਹੋਰ ਅਹਿਮ ਮੁੱਦੇ ਤੇ ਕਰਾਂਗੇ ਚਰਚਾ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।